ਬਦਲਦੇ ਵਿਗਿਆਨਿਕ ਯੁੱਗ ਦੇ ਵਿੱਚ ਤੇ ਵੱਧ ਰਹੇ ਧਰਤੀ ਤੇ ਕਾਰਬਨ ਦੇ ਲੈਵਲ ਤੋਂ ਆਪਣੇ ਵਾਤਾਵਰਣ ਤੇ ਧਰਤੀ ਨੂੰ ਬਚਾਉਣ ਦੇ ਲਈ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦੇ ਸੰਸਥਾਪਕ ਡਾਕਟਰ ਵਰਿੰਦਰ ਸਿੰਘ ਜੀ ਭੁੱਲਰ ਨੇ ਬਾਇਓਮਾਸ ਮਟੀਰੀਅਲ ਨਾਲ ਬਣਾਇਆ ਇੱਕ ਇਸ ਤਰ੍ਹਾਂ ਦਾ ਘਰ ਜੋ ਹੈ ਰੇਡੀਏਸ਼ਨ ਮੁਕਤ, ਹੀਟ ਮੁਕਤ, ਫੰਗਸ, ਵਾਇਰਸ ਤੇ ਬਿਮਾਰੀਆਂ ਮੁਕਤ ਅਤੇ ਇਸ ਘਰ ਦੀਆਂ ਕੰਧਾਂ ਵੀ ਸਾਹ ਲੈਣ ਵਾਲੀਆਂ ਹਨ। ਇਹ ਘਰ ਗਰਮੀਆਂ 'ਚ ਰਹਿੰਦਾ ਹੈ ਠੰਡਾ ਤੇ ਸਰਦੀਆਂ 'ਚ ਰਹਿੰਦਾ ਹੈ ਨਿੱਘਾ। ਆਓ ਆਪਾਂ ਡਾਕਟਰ ਵਰਿੰਦਰ ਸਿੰਘ ਜੀ ਦੀ ਜ਼ੁਬਾਨੀ ਸੁਣਦੇ ਹਾਂ ਕਿ ਇਸ ਘਰ ਵਿੱਚ ਕੀ ਵਿਸ਼ੇਸ਼ਤਾਵਾਂ ਨੇ ਤੇ ਕਿਵੇਂ ਇੱਕ ਆਮ ਇਨਸਾਨ ਵੀ ਬਣਾ ਸਕਦਾ ਹੈ ਸਵਰਗ ਵਰਗਾ ਘਰ। ਦਰਸ਼ਕੋ, ਪੰਜਾਬ ਪਲਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਰਿੰਦਰ ਸਿੰਘ ਭੁੱਲਰ, ਇੱਕ ਐਸਾ ਨਾਮ ਜਿਨ੍ਹਾਂ ਨੇ ਹੈਲਥ ਦੇ ਇਸ ਖੇਤਰ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਦਿੱਤੀਆਂ। ਚਾਹੇ ਆਪਾਂ ਆਯੁਰਵੈਦਿਕ ਦੀ ਗੱਲ ਕਰ ਲਈਏ, ਇਲੈਕਟ੍ਰੋ ਹੋਮਿਓਪੈਥੀ ਦੀ ਗੱਲ ਕਰ ਲਈਏ, ਨੈਚੁਰਲ ਸਾਇੰਸ ਦੀ ਗੱਲ ਕਰ ਲਈਏ, ਤਾਂ ਇੱਕ ਬ੍ਰਾਂਡ ਨੇ ਜਿਨ੍ਹਾਂ ਨੇ ਅੱਜ ਖੁਦ ਹੀ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਵੀ ਇਸ ਕਿੱਤੇ ਦੇ ਉੱਤੇ ਲਾ ਕੇ ਇੱਕ ਨਵਾਂ ਪੰਜਾਬ, ਇੱਕ ਨਵਾਂ ਹਿੰਦੁਸਤਾਨ ਸਿਰਜਣ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈਗੀ ਆ। ਔਰ ਪਿਛਲੇ ਦਿਨੀ ਜਿੱਦਾਂ ਗੋਆ ਦੇ ਵਿੱਚ ਨੈਚੁਰਲ ਸਾਇੰਸ ਦੇ ਉੱਪਰ ਜਿਹੜਾ ਇਹਨਾਂ ਨੂੰ ਇੱਕ ਬਹੁਤ ਵੱਡਾ ਅਵਾਰਡ ਦੇ ਨਾਲ ਸਨਮਾਨਿਆ ਗਿਆ। ਅੱਜ ਅਸੀਂ ਆਏ ਹਾਂ ਕੋਟੀ ਸੇ ਖਾਂ ਔਰ ਦੇਖ ਰਹੇ ਹਾਂ ਕਿ ਇੱਕ ਐਸੀ ਕ੍ਰੀਏਸ਼ਨ ਜਿਹਦੇ ਵਿੱਚ ਮਿੱਟੀ ਜਿਹਦੇ ਵਿੱਚ ਇੱਕ ਐਸੀ ਤੁਹਾਨੂੰ ਫੀਲਿੰਗ ਆਉਂਦੀ ਆ ਕੇ ਕਿ ਤੁਹਾਨੂੰ ਬੈਠ ਕੇ ਇੱਥੇ ਨਜ਼ਾਰਾ ਆ ਜਾਂਦਾ। ਬਾਈ ਜੀ, ਸਵਾਗਤ ਆ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ ਜੀ। ਪੰਜਾਬ ਪਲਸ ਦੇ ਸਾਰੇ ਦਰਸ਼ਕਾਂ ਨੂੰ ਔਰ ਪੰਜਾਬ ਪਲਸ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਵੈਲਕਮ ਹੈ ਔਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੀ ਜੀ, ਇਹ ਕ੍ਰੀਏਸ਼ਨ ਜਿਹੜੀ ਤੁਸੀਂ ਕਰ ਰਹੇ ਹੋ, ਜਿੱਦਾਂ ਅਸੀਂ ਦੇਖਿਆ ਕਿ ਹਰ ਤਰ੍ਹਾਂ ਦੀ ਗ੍ਰੀਨਰੀ, ਹਰ ਤਰ੍ਹਾਂ ਦਾ ਖੁਸ਼ਬੂ, ਹਰ ਤਰ੍ਹਾਂ ਦਾ ਏਸੀ, ਜਿੱਦਾਂ ਨੈਚੁਰਲ, ਹਰ ਤਰ੍ਹਾਂ ਦੇ ਨਾਲ ਇਹ ਚੀਜ਼ ਜਿਹੜੀ ਹੈਗੀ ਆ ਸਮਾਰਟ, ਸੋਹਣੀ ਦੀ ਸੋਹਣੀ, ਕਮਰੇ ਖੁੱਲ੍ਹੇ, ਸ਼ਾਨਦਾਰ। ਕੀ ਕਹਿਣਾ ਚਾਹੋਗੇ, ਕਿਵੇਂ ਤੁਹਾਡੇ ਮਨ ਦੇ ਵਿੱਚ ਇਹ ਆਇਆ ਕਿ ਅਸੀਂ ਨੈਚੁਰਲ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕ੍ਰੀਏਟ ਕਰੀਏ ਔਰ ਆਪ ਹੀ ਨਾ ਕ੍ਰੀਏਟ ਕਰੀਏ? ਅਗਰ ਕੋਈ, ਚਾਹੇ ਉਹ ਇੰਡੀਆ 'ਚ ਰਹਿ ਰਿਹਾ, ਚਾਹੇ ਉਹ NRI ਆ ਬਾਹਰ ਦੇ, ਉਹਨਾਂ ਦੇ ਮਨ 'ਚ ਵੀ ਆਉਂਦਾ ਵੀ ਅਸੀਂ ਵੀ ਸੁਪਨਿਆਂ ਦਾ ਇਹੋ ਜਿਹਾ ਸੰਸਾਰ ਜਿਹੜਾ ਸਜੋਈਏ, ਅਸੀਂ ਉਹਨਾਂ ਨੂੰ ਵੀ ਇਹ ਜਿਹੜੀ ਨੈਚੁਰਲ ਸਾਇੰਸ ਨਾਲ ਜੋੜਨ ਦੇ ਲਈ ਔਰ ਘੱਟ ਤੋਂ ਘੱਟ ਕੈਮੀਕਲ ਯੂਜ਼ ਕਰਨ ਦੇ ਲਈ ਉਹਨਾਂ ਨੂੰ ਵੀ ਨਾਲ ਅਟੈਚ ਕਰ ਸਕਦੇ ਹਾਂ। ਕੀ ਕਹਿਣਾ ਚਾਹੋਗੇ? ਗਰਗ ਸਾਹਿਬ, ਮੇਨ ਚੀਜ਼ ਇਹ ਹੈਗੀ ਆ ਕਿ ਜਦੋਂ ਵੀ ਆਪਾਂ ਕੋਈ ਇਸ ਤਰ੍ਹਾਂ ਦਾ ਕਿਤੇ ਹੋਰ ਵੀ ਜਗ੍ਹਾ ਮਾਡਲ ਬਣਿਆ ਦੇਖਦੇ ਆ ਨਾ, ਅਸੀਂ ਉਹਦੀ ਲੁੱਕ ਤੋਂ ਪ੍ਰਭਾਵਿਤ ਹੁੰਦੇ ਹਾਂ ਔਰ ਅਸੀਂ ਇਹਦੀ ਸਿਰਫ ਲੁੱਕ ਨਹੀਂ ਤਿਆਰ ਕੀਤੀ, ਅਸੀਂ ਇਹਦੇ ਇਨਗਰੀਡੀਐਂਟਸ ਤੋਂ ਲੈ ਕੇ, ਮਤਲਬ ਜਿਹੜੀਆਂ ਚੀਜ਼ਾਂ ਤੋਂ ਇਹਨੂੰ ਬਣਾਇਆ ਗਿਆ ਉਹਦੇ ਤੋਂ ਲੈ ਕੇ ਇਹਦੀ ਇੱਕ ਬਿਊਟੀ ਤੱਕ ਜਿਹੜਾ ਪੂਰਾ ਕੰਮ ਆ ਉਹ ਸਾਡਾ ਕੈਮੀਕਲ ਫਰੀ ਹੋਇਆ ਇਹਦੇ 'ਤੇ। ਇਹ ਬਾਇਓਮਾਸ ਮਟੀਰੀਅਲ ਤੋਂ ਤਿਆਰ ਹੋਇਆ ਘਰ ਹੈ। ਬਾਇਓਮਾਸ ਮਟੀਰੀਅਲ ਦਾ ਮਤਲਬ ਇਹ ਹੁੰਦਾ ਹੈ ਉਹ ਹਿੱਸਾ ਜਿਹੜਾ ਸਾਡੀ ਵੇਸਟੇਜ 'ਚ ਜਾਂਦਾ, ਠੀਕ, ਉਸ ਵੇਸਟੇਜ ਨੂੰ ਅਸੀਂ ਮੈਨੇਜ ਕਰ ਦਿੱਤਾ। ਇਹਨੂੰ ਕਹਿੰਦੇ ਵੇਸਟ ਮੈਨੇਜਮੈਂਟ। ਵੇਸਟ ਮੈਨੇਜਮੈਂਟ ਦੀ ਥੋੜ੍ਹੀ ਜਿਹੀ ਜੇ ਕੋਈ ਇਨਸਾਨ ਰਿਸਰਚ ਕਰੇ, ਇਹਦੀ R&D ਕਰੇ, ਤਾਂ ਤੁਸੀਂ ਇਹ ਚੀਜ਼ ਨੂੰ ਪਾਓਗੇ ਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਸੀ ਤਾਂ ਪਿੰਡਾਂ ਦੇ ਵਿੱਚ ਸਾਡੀ ਜਿਹੜੀ ਵੇਸਟ ਮੈਨੇਜਮੈਂਟ ਆ ਬਾਈ ਡਿਫਾਲਟ ਸੀ। ਬਾਈ ਡਿਫਾਲਟ ਦਾ ਮਤਲਬ ਉਹ ਆਪਣੇ ਆਪ ਹੀ ਵੇਸਟ ਜਿਹੜਾ ਉਹ ਮੈਨੇਜ ਹੋ ਜਾਂਦਾ ਸੀ, ਠੀਕ ਹੈ। ਜਿਵੇਂ ਜਿਵੇਂ ਕਲੋਨੀਆਂ ਬਣੀਆਂ, ਸ਼ਹਿਰ ਬਣੇ ਨੇ, ਇਹਨਾਂ ਦਾ ਜਿਹੜਾ ਵੇਸਟ ਮਟੀਰੀਅਲ ਹੈ ਅਤੇ ਪਿੰਡਾਂ ਦਾ ਜਿਹੜਾ ਵੇਸਟ ਮਟੀਰੀਅਲ ਹੈ ਉਹਨਾਂ 'ਚ ਬਹੁਤ ਅੰਤਰ ਹੈ। ਤਾਂ ਸ਼ਹਿਰਾਂ ਦੇ ਵਿੱਚ ਜਿਹੜਾ ਵੇਸਟ ਮਟੀਰੀਅਲ ਹੈ, ਇੱਕ ਤਾਂ ਉਹਨੂੰ ਮੈਨੇਜ ਕਰਨਾ ਬੜਾ ਟਫ ਹੈ ਕਿਉਂਕਿ ਉਹਦੇ ਵਿੱਚ ਕੈਮੀਕਲੀ ਵਰਕ ਬਹੁਤ ਜ਼ਿਆਦਾ ਹੈ। ਜਿਵੇਂ ਪੋਲੀਥੀਨ ਹੋ ਗਿਆ, ਉਹ ਕਦੀ ਡਿਸਟਰੋਏ ਨਹੀਂ ਹੁੰਦਾ। ਪਲਾਸਟਿਕ ਹੋ ਗਈ, ਉਹਨੂੰ ਡਿਸਟਰੋਏ ਨਹੀਂ ਕਰ ਸਕਦੇ, ਉਹ ਰੀਸਾਈਕਲ ਕਰ ਸਕਦੇ ਹੋ, ਗੈਟਿੰਗ। ਤਾਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਅਸੀਂ ਬਾਇਓਮਾਸ ਮਟੀਰੀਅਲ ਚੂਜ਼ ਕੀਤਾ ਉਹ ਅਸੀਂ ਪਿੰਡਾਂ ਦਾ ਕੀਤਾ ਇਹਦੇ ਵਿੱਚ। ਤਾਂ ਉਹਦੇ ਨਾਲ ਸਭ ਤੋਂ ਬੈਸਟ ਚੀਜ਼ ਇਹ ਹੋਈ ਹੈ ਕਿ ਅਸੀਂ ਜੋ ਸਾਡੀ ਰਿਸਰਚ ਐਂਡ ਡਿਵੈਲਪਮੈਂਟ ਦਾ ਵਰਕ ਚੱਲ ਰਿਹਾ ਸੀ ਸਾਡੀ ਸੰਸਥਾ ਦੁਆਰਾ, ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ ਦੁਆਰਾ, ਉਹ ਪੂਰੇ ਦਾ ਪੂਰਾ ਜਿਹੜਾ ਕੰਮ ਹੈ ਉਹ ਇਸੇ ਚੀਜ਼ ਦੇ ਉੱਤੇ ਅਸੀਂ ਕੰਮ ਕਰ ਰਹੇ ਸੀ ਕਿਉਂਕਿ ਸਾਡੀ ਸੰਸਥਾ ਜਿੰਨੇ ਵੀ ਸਾਡੇ ਕੋਲ ਸਟੂਡੈਂਟ ਪੜ੍ਹ ਰਹੇ ਨੇ, ਜਿੰਨੇ ਵੀ ਪੇਸ਼ੈਂਟ ਸਾਡੇ ਨਾਲ ਜੁੜੇ ਹੋਏ ਨੇ, ਜਿੰਨੇ ਵੀ ਪਰਿਵਾਰ ਜੁੜੇ ਹੋਏ ਨੇ, ਸਭ ਨੂੰ ਅਸੀਂ ਇੱਕ ਚੀਜ਼ ਲਈ ਬੜਾ ਕਮਿਟਡ ਹੈਗੇ ਆ ਕਿ ਵੈਲਬੀਇੰਗ ਹੈਲਥ ਆਰਗੇਨਾਈਜੇਸ਼ਨ 100 ਸਾਲ ਦੀ ਉਮਰ ਦੇ ਪਲਾਨ 'ਤੇ ਕੰਮ ਕਰ ਰਹੀ ਹੈ। ਔਰ ਜਦੋਂ ਅਸੀਂ 100 ਸਾਲ ਦੀ ਉਮਰ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਅਸੀਂ ਆਰਗੈਨਿਕ ਖਾਂਦੇ ਰਹਾਂਗੇ, ਕੁਝ ਨੈਚੁਰਲੀ ਪੈਦਾ ਕਰਾਂਗੇ ਤਾਂ ਖਾਲੀ ਇੰਨੀ ਕੁ ਐਕਟੀਵਿਟੀ ਨਾਲ ਅਸੀਂ 100 ਸਾਲ ਜਾਓਗੇ, ਨਹੀਂ ਜਾ ਸਕਦੇ ਕਿਉਂਕਿ ਜਿਹੜੀ 100 ਸਾਲ ਦੀ ਜਿਹੜੀ ਲਾਈਫ ਹੈ ਇਹਦਾ ਪੂਰੇ ਦਾ ਪੂਰਾ ਪਲਾਨ ਖਾਲੀ ਖਾਣ ਦੇ ਉੱਤੇ ਡਿਪੈਂਡ ਨਹੀਂ ਆ। ਇਟਸ ਅ ਪਾਰਟ ਆਫ ਕੰਪਲੀਟ ਉਹ ਪਲਾਨ ਜਿਹਦੇ ਵਿੱਚ ਤੁਸੀਂ ਰਹਿਣ ਤੋਂ ਲੈ ਕੇ ਖਾਣ ਤੱਕ ਦਾ ਪਲਾਨ ਇਹਨੂੰ ਕਹਿ ਸਕਦੇ ਹੋ। ਤਾਂ ਉਹਦੇ ਵਿੱਚ ਰੀਜ਼ਨ ਵੀ ਹੈ। ਰੀਜ਼ਨ ਇਹ ਕਿ ਇਨਸਾਨ ਪੂਰੇ ਦਿਨ ਦੇ ਵਿੱਚ 2 ਤੋਂ 2.5 ਕਿਲੋ ਖਾਂਦਾ ਹੈ ਪਰ ਪੂਰੇ ਦਿਨ 'ਚ 11,000 ਲੀਟਰ ਹਵਾ ਖਾਂਦਾ ਹੈ।
ਤਾਂ ਜ਼ਿਆਦਾ ਮਾਤਰਾ ਹਵਾ ਦੀ ਹੋ ਗਈ। ਖਾਣ ਵਾਲੀ ਜਿਹੜੀ ਹੈਗੀ ਆ ਫੂਡ ਦੇ ਰੂਪ 'ਚ ਉਹ 2.5 ਕਿਲੋ ਹੈ, 3 ਵਾਰੀ ਖਾਂਦੇ ਹੋ, ਕੋਈ 2 ਵਾਰੀ ਖਾਂਦਾ ਹੈ। ਜਿਹਨੂੰ ਬੋਡੀ ਐਬਜ਼ੌਰਬ ਕਰਦੀ ਹੈ, ਆਪਣੇ ਸੈੱਲ ਤੱਕ ਲੈ ਕੇ ਜਾਂਦੀ ਹੈ, ਔਰ ਜਿਹਦੀ ਬੋਡੀ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਬੜੀ ਤੇਜ਼ੀ ਨਾਲ ਜ਼ਰੂਰਤ ਹੁੰਦੀ ਹੋਗੀ ਹਵਾ, ਆਕਸੀਜਨ, ਉਹ 11,000 ਲੀਟਰ ਹੈ। ਜਿਹੜੀ ਹਵਾ ਹੈ ਉਹਦੇ 'ਚ ਕੈਮੀਕਲ ਪਾਰਟੀਕਲਸ ਇੰਨੇ ਜ਼ਿਆਦਾ ਵੱਧ ਗਏ ਨੇ, ਭਾਵੇਂ ਡੇਲੀ ਤੁਸੀਂ ਆਰਗੈਨਿਕ ਹੀ ਮੂਲੀ ਖਾਂਦੇ ਹੋ, ਆਰਗੈਨਿਕ ਹੀ ਕੀਰਾ ਕੱਟ ਕੇ ਖਾਂਦੇ ਹੋ, ਡੇਲੀ ਚਾਹੇ ਤੁਸੀਂ ਆਰਗੈਨਿਕ ਹੀ ਅਨਾਜ ਲੈਂਦੇ ਹੋਵੋ, ਉਹਨੂੰ ਡਾਈਜੈਸਟ ਕਰਨ ਲਈ ਵੀ ਚਾਹੇ ਤੁਸੀਂ ਆਰਗੈਨਿਕ ਖਾਧਾ, ਅੰਦਰ ਆਕਸੀਜਨ ਲੈਵਲ ਅੱਛਾ ਚਾਹੀਦਾ ਹੈ। ਹੁਣ ਉਹ ਆਕਸੀਜਨ ਲੈਵਲ ਤਾਂ ਅੱਛਾ ਹੋਏਗਾ ਜੇ ਤੁਹਾਡੇ এনवायरमेंट ਦੇ ਵਿੱਚ ਆਕਸੀਜਨ ਡੈਂਸਿਟੀ ਅੱਛੀ ਹੋਏਗੀ। ਹੁਣ ਆਕਸੀਜਨ ਡੈਂਸਿਟੀ ਕੀ ਹੈ, ਇਹਦਾ ਮਤਲਬ ਕਿ ਇਹਨੂੰ ਆਪਾਂ ਸਿੰਪਲ ਸਰਲ ਕਰਕੇ ਸਮਝਾਈਏ ਦਰਸ਼ਕਾਂ ਨੂੰ। ਇਹ ਲਗਾ ਲਓ ਕਿ ਇਹ ਇੱਕ ਕਮਰਾ ਹੈ, ਇਹਦੇ ਵਿੱਚ 100 ਕਿਲੋ ਆਕਸੀਜਨ ਹੈ, ਲੀਟਰਸ ਆਕਸੀਜਨ ਹੈ, ਫੋਰ ਐਗਜ਼ਾਮਪਲ ਆਪਾਂ ਭਰ ਲਈ ਆ, ਆਪਾਂ ਵਿੱਚ ਬੈਠੇ ਹੋਏ ਆ, ਔਰ ਸਾਡਾ ਸਰੀਰ ਉਹਦੇ ਵਿੱਚੋਂ ਮੰਨ ਲਓ 10 ਕਿਲੋ ਆਕਸੀਜਨ, 10 ਲੀਟਰ ਆਕਸੀਜਨ ਲੈ ਰਿਹਾ। ਅਗਰ ਸਾਡੇ ਸਰੀਰ ਦੇ ਅੰਦਰ ਆਕਸੀਜਨ ਦੀ ਡੈਂਸਿਟੀ ਘਟ ਜਾਵੇ ਤਾਂ ਇਸੇ ਰੂਮ ਦੇ ਅੰਦਰ ਆਕਸੀਜਨ ਤਾਂ 100 ਲੀਟਰ ਹੈ, ਪਰ ਜਿੱਥੇ ਤੁਹਾਡਾ ਸਰੀਰ ਪਹਿਲਾਂ 10 ਲੀਟਰ ਲੈਂਦਾ ਸੀ, ਉਹ 100 ਲੀਟਰ ਹੋਣ ਦੇ ਬਾਵਜੂਦ ਇੱਥੇ 7 ਲੀਟਰ ਲਏਗਾ। ਉਹਨੂੰ ਕਹਿੰਦੇ ਡੈਂਸਿਟੀ ਦਾ ਘਟਣਾ। ਮਤਲਬ ਅਵੇਲੇਬਿਲਿਟੀ ਉਨੀ ਹੈ, ਪਰ ਬਾਡੀ ਉਹਨੂੰ ਲੈਣਾ ਘਟਾ ਗਈ। ਜਿੱਥੇ ਅੱਗੇ 10 ਲੀਟਰ ਲੈਂਦੀ ਸੀ, ਜਿਵੇਂ ਤੁਹਾਡੇ ਅੰਦਰ ਆਕਸੀਜਨ ਡੈਂਸਿਟੀ ਘਟੀ ਤਾਂ ਉਹਨੇ 3 ਲੀਟਰ ਹੋਰ ਘਟਾ ਦਿੱਤੀ। ਵਾਯੂਮੰਡਲ ਦੇ ਅੰਦਰ ਆਕਸੀਜਨ ਉਨੀ ਹੈ, ਪਰ ਸਾਡਾ ਜਿਹੜਾ ਰਹਿਣ ਸਹਿਣ ਵਾਲਾ এনवायरमेंट ਹੈ ਉਹ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋ ਗਿਆ ਕੈਮੀਕਲ ਤੋਂ ਕਿ ਸਾਡੇ ਸਰੀਰ ਦੇ ਸੈੱਲ ਦੀ ਡੈਂਸਿਟੀ ਘਟਣ ਦੇ ਕਰਕੇ ਉਹ ਵਾਯੂਮੰਡਲ 'ਚ 19% ਆਕਸੀਜਨ ਲੈਣੀ ਘਟਾ ਦਿੰਦੀ ਬਾਡੀ। ਤਾਂ ਉੱਥੇ ਫਿਰ ਖਾਲੀ ਆਰਗੈਨਿਕ ਖਾਣ ਦੇ ਨਾਲ ਵੀ ਸਾਨੂੰ ਸੋਲੂਸ਼ਨ ਨਹੀਂ ਮਿਲਣਾ, ਉਹਦੇ ਲਈ ਸਾਨੂੰ এনवायरमेंट 'ਤੇ ਕੰਮ ਕਰਨਾ ਪਏਗਾ। ਹੁਣ ਜਦੋਂ ਆਪਾਂ এনवायरमेंट ਦੀ ਗੱਲ ਕਰਦੇ ਹਾਂ ਨਾ, ਤਾਂ ਇਹਦੀ ਤਾਂ ਅਸੀਂ ਗੱਲ ਕਰਕੇ ਉਸ ਤੋਂ ਬਾਅਦ ਚੁੱਪ ਹੋ ਜਾਂਦੇ ਹਾਂ। ਚੁੱਪ ਕਿਉਂ ਹੁੰਦੇ? ਰੀਜ਼ਨ ਕਿਉਂਕਿ ਸਾਡੇ ਮਾਈਂਡ 'ਚ ਆਉਂਦਾ ਹੈ ਕਿ ਇੰਨੀਆਂ ਸਾਈਡ 'ਤੇ ਫੈਕਟਰੀਆਂ ਨੇ, ਇੰਨਾ ਹੈਵੀ ਰੇਡੀਏਸ਼ਨ এনवायरमेंट ਹੋ ਗਿਆ, 5G ਆ ਗਿਆ, ਆਉਣ ਵਾਲਾ ਹੋ ਗਿਆ, ਅੱਗੇ 7G ਆਉਣ ਦੀਆਂ ਤਿਆਰੀਆਂ ਨੇ, ਹਰ ਘਰ ਦੇ ਵਿੱਚ ਪਲਾਸਟਿਕ ਆ ਰਹੀ ਆ ਕੰਟੀਨਿਊ। ਕਿਹੜਾ ਬੰਦਾ ਇਹਦੇ 'ਚ ਸਿਰ ਫਸਾਵੇ ਯਾਰ, ਛੱਡੋ, 2-4 ਮਿੰਟ ਦੇ ਵਿਚਾਰ ਦੇ ਦਿਆ ਕਰੋ, ਚੁੱਪ ਹੋ ਜਾ ਕਰੋ। ਅਸੀਂ ਇਸ ਮਾਨਸਿਕਤਾ ਦੇ ਨਾਲ ਉਹਦਾ ਅਸੀਂ ਇੱਕ ਸੋਲੂਸ਼ਨ ਦਿੱਤਾ। ਆਪਾਂ ਨੂੰ ਕਿਤੇ ਭਾਸ਼ਣ ਦੇਣ ਦੀ ਲੋੜ ਨਹੀਂ, ਕਿਤੇ ਵੀ ਧਰਨਾ ਮਾਰਨ ਦੀ ਲੋੜ ਨਹੀਂ, ਅਸੀਂ ਕਿਤੇ ਵੀ ਸਟੇਟਮੈਂਟ ਨਹੀਂ ਦੇਣੀ, ਕਿਸੇ ਨੂੰ ਕੁਝ ਵੀ ਨਹੀਂ ਸਮਝਾਉਣਾ। ਇੱਕੋ ਹੀ ਕੰਮ ਕਰਨਾ ਹੈ, ਉਹ ਵੀ ਸਵਾਰਥੀ ਹੋ ਜਾਓ। ਉੱਥੇ ਸਵਾਰਥੀ ਕੰਮ ਕਰਨਾ ਹੈ। ਉਹ ਸਵਾਰਥੀ ਕੰਮ ਕੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਰਿਵਾਰ ਨੂੰ ਇੱਕ ਇਸ ਤਰ੍ਹਾਂ ਦੀ ਲੇਅਰ ਕ੍ਰੀਏਟ ਕਰਕੇ ਦੇ ਦਿਓ, ਇਸ ਤਰ੍ਹਾਂ ਦੀ ਹਾਈ ਪਾਵਰ, ਹਾਈ ਪੀਐਚ ਪਾਵਰ। ਹਾਈ ਪੀਐਚ ਦਾ ਮਤਲਬ ਹੁੰਦਾ ਪੋਟੈਂਸ਼ੀਅਲ ਆਫ ਹਾਈਡਰੋਜਨ, ਜਿੱਥੇ ਆਕਸੀਜਨ এনवायरमेंट ਬਹੁਤ ਭਰਪੂਰ ਹੋ ਜਾਵੇ। ਤੁਸੀਂ ਆਪਣੀ ਫੈਮਿਲੀ ਨੂੰ ਬਣਾ ਕੇ ਦੇ ਦਿਓ। ਬਾਹਰ ਜਿੰਨੇ ਮਰਜ਼ੀ ਹੈਵੀ ਪਾਰਟੀਕਲਸ ਹੋਣ, ਪਰ ਜੇ ਤੁਹਾਡੇ ਘਰ ਦੀਆਂ ਕੰਧਾਂ ਸਾਹ ਲੈਂਦੀਆਂ ਨੇ, ਇਹਨੂੰ ਬਰੀਥੇਬਲ ਵਾਲ ਕਹਿੰਦੇ ਆ, ਸਾਹ ਲੈਂਦੀਆਂ ਨੇ, ਤਾਂ ਪੂਰੇ ਕੈਮੀਕਲਸ ਨੂੰ ਇਹ ਕੰਧਾਂ ਐਬਜ਼ੌਰਬ ਕਰ ਲੈਂਦੀਆਂ ਨੇ। ਜਦੋਂ ਇਹਨੇ ਐਬਜ਼ੌਰਬ ਕਰ ਲਿਆ ਤਾਂ ਤੁਹਾਡੀ ਬਾਡੀ ਦੀ ਜਿਹੜੀ ਚਮੜੀ ਹੈ ਅਤੇ ਤੁਹਾਡੇ ਬਾਡੀ ਦੇ ਜਿਹੜੇ ਸੈੱਲਸ ਨੇ, ਜਿਹੜੇ ਫੇਫੜੇ ਨੇ, ਉਹਨਾਂ ਨੂੰ ਹਵਾ ਸਾਫ਼ ਹੋ ਕੇ ਅਤੇ ਫਿਲਟਰ ਹੋ ਕੇ ਬਾਈ ਡਿਫਾਲਟ ਮਿਲਣੀ ਸ਼ੁਰੂ ਹੋ ਜਾਏਗੀ। ਹੁਣ ਸਵਾਲ ਇਹ ਆ ਜਾਂਦਾ ਵੀ ਹਵਾ ਕੰਧਾਂ ਸਾਹ ਕਿਵੇਂ ਲੈਂਦੀਆਂ? ਠੀਕ ਹੈ, ਉਹ ਟੀ ਵੀ 'ਚ ਐਡ ਆਉਂਦੀ, ਦੀਵਾਰੇ ਬੋਲਤੀ ਹੈ, ਠੀਕ ਹੈ, ਤਾਂ ਦੀਵਾਰੇ ਬੋਲਤੀ ਹੈ ਉਹਦਾ ਤਾਂ ਨਹੀਂ ਮੈਨੂੰ ਪਤਾ, ਲੇਕਿਨ ਦੀਵਾਰੇ ਸਾਹ ਜ਼ਰੂਰ ਲੈਂਦੀਆਂ ਨੇ, ਉਹ ਮੈਂ ਹੁਣ ਪ੍ਰੂਫ ਕਰ ਸਕਦਾ ਹੈਗਾ। ਠੀਕ ਹੈ, ਸਾਹ ਕਿਸ ਤਰ੍ਹਾਂ ਲੈਂਦੀਆਂ ਨੇ? ਅਗਰ ਆਪਾਂ 100 ਸਾਲ ਪਿੱਛੇ ਚੱਲ ਜਾਈਏ ਤਾਂ ਸਾਡੇ ਜਿਹੜੇ ਘਰਾਂ ਦੀ ਬਣਤਰ ਸੀ ਨਾ, ਉਹਦੇ ਵਿੱਚ ਇੱਕ ਨੈਚੁਰਲ ਕੈਮੀਕਲ ਯੂਜ਼ ਹੁੰਦਾ ਸੀ। ਉਸ ਕੈਮੀਕਲ ਨੂੰ ਕਹਿੰਦੇ ਲਾਈਮ, ਚੂਨਾ। ਠੀਕ ਹੈ, ਉਹ ਚੂਨਾ ਅੱਜ ਸਾਡੇ ਘਰਾਂ 'ਚੋਂ ਨਿਕਲ ਗਿਆ, ਉਹਦੀ ਜਗ੍ਹਾ 'ਤੇ ਆ ਗਿਆ 100% ਕੈਮੀਕਲ ਬੇਸ ਸੀਮੈਂਟ। ਠੀਕ ਹੈ, ਕੰਕਰੀਟ ਆ ਗਿਆ। ਤਾਂ ਜਦੋਂ ਤੁਹਾਡੀਆਂ ਕੰਧਾਂ ਦੇ ਵਿੱਚ ਚੂਨੇ ਦੀ ਮਾਤਰਾ ਜ਼ਿਆਦਾ ਹੋਏਗੀ ਤਾਂ ਚੂਨਾ ਇਸ ਪੂਰੇ ਧਰਤੀ ਦੇ ਇਸ ਪਲੈਨਟ 'ਤੇ ਇੱਕ ਮਾਤਰ ਇਸ ਤਰ੍ਹਾਂ ਦਾ ਨੈਚੁਰਲ ਕੈਮੀਕਲ ਹੈ ਜਿਹਦੀ ਪੋਟੈਂਸੀ ਜਿਹੜੀ ਹੈ, ਪੀਐਚ ਲੈਵਲ ਹੈ, ਉਹ ਸਭ ਤੋਂ ਜ਼ਿਆਦਾ ਹੈ। 11 ਪੀਐਚ ਲੈਵਲ ਹੈ ਚੂਨੇ ਦਾ। ਔਰ ਕੈਂਸਰ ਸੈੱਲ 5 ਪੀਐਚ ਤੋਂ ਥੱਲੇ ਜਾ ਕੇ ਪੈਦਾ ਬਣਨੇ ਸ਼ੁਰੂ ਹੁੰਦੇ ਆ। ਜੇ ਤੁਹਾਡੀਆਂ ਕੰਧਾਂ ਦੇ ਵਿੱਚ ਹੀ 11 ਪੀਐਚ ਹੈ ਤਾਂ ਇਹਦੇ ਵਿੱਚ ਨਾ ਤਾਂ ਬੈਕਟੀਰੀਆ, ਨਾ ਫੰਗਸ, ਨਾ ਕਿਸੇ ਦਾ ਇਸ ਤਰ੍ਹਾਂ ਦਾ ਕੋਈ ਜ਼ਹਿਰੀਲੀ ਹਵਾ ਦੇ ਪਾਰਟੀਕਲਸ ਤੁਹਾਡੀ ਬਾਡੀ 'ਤੇ ਅਟੈਕ ਨਹੀਂ ਕਰ ਪਾਉਣਗੇ, ਕਿਉਂਕਿ ਇਹ ਹਾਈ ਪੀਐਚ ਦੇ ਵਿੱਚ ਬਣੀਆਂ ਹੋਈਆਂ ਕੰਧਾਂ ਨੇ, ਤਾਂ ਆਪਣੇ ਆਪ ਹੀ ਇਹਨੇ ਐਬਜ਼ੌਰਬ ਕਰ ਲੈਣਾ। ਦੂਸਰੀ ਵੱਡੀ ਚੀਜ਼ ਇਸ ਘਰ ਦੇ ਵਿੱਚ ਕੀ ਹੈ? ਇਹ ਰੇਡੀਏਸ਼ਨ ਫ੍ਰੀ ਹੈ, ਚਾਹੇ 5G ਆ ਜਾਏ, ਚਾਹੇ 7G ਆ ਜਾਏ, ਕਿਉਂਕਿ ਇਸ ਘਰ ਦਾ ਜਿਹੜਾ ਅਰਥ ਹੈ ਉਹ ਟੁੱਟਿਆ ਨਹੀਂ ਹੋਇਆ, ਇਹ ਡੀਲਿੰਕ ਨਹੀਂ ਗੀ, ਇਹ ਜ਼ਮੀਨ ਦੇ ਨਾਲ ਲਿੰਕ ਹੈ।
ਸਾਡੇ ਜਿੰਨੇ ਵੀ ਕੰਕਰੀਟ ਹਾਊਸ ਨੇ ਉਹ ਡੀਲਿੰਕ ਨੇ ਅਰਥ ਨਾਲੋਂ, ਜ਼ਮੀਨ ਨਾਲੋਂ। ਜਦੋਂ ਡੀਲਿੰਕ ਨੇ ਤਾਂ ਜਿੰਨਾ ਵੀ ਰੇਡੀਏਸ਼ਨ ਵਾਲਾ ਮਾਹੌਲ ਹੈ, ਮੋਬਾਈਲ ਸਭ ਦੇ ਕੋਲ ਆ, ਸਿਰਾਂ ਦੇ ਟਾਵਰ ਲਾਏ ਹੋਏ ਆ, ਠੀਕ ਆ, ਜਿੰਨਾ ਵੀ ਉਹ ਮਾਹੌਲ ਆ ਉਹਦੇ ਨਾਲ ਤੁਹਾਡੇ ਬੋਡੀ ਦੇ ਸੈੱਲ ਦਾ ਜਿਹੜਾ ਕਰੰਟ ਹੈ, ਵੋਲਟੇਜ ਆ, ਉਹ ਹਾਈ ਹੋ ਜਾਂਦੀ ਆ, ਉਹ ਪੁਆਇੰਟ 'ਚ ਹਾਈ ਹੁੰਦੀ ਆ। ਉਹ ਐਵੇਂ ਨਹੀਂ ਪਤਾ ਲੱਗਦਾ। ਜਿਸ ਵੀ ਇਨਸਾਨ ਦਾ ਸਿਰ ਦਰਦ ਰਹਿੰਦਾ, ਯਾਦਦਾ ਸ਼ਕਤੀ ਦਿਨਾਂ 'ਚ ਘੱਟ ਰਹੀ ਹੈ, ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈਗੀ ਆ, ਜਿਹਨੂੰ ਗੁੱਸਾ ਜ਼ਿਆਦਾ ਆਉਂਦਾ, ਜ਼ਿਆਦਾ ਹਾਈਪਰ ਰਹਿੰਦਾ, ਤਾਂ ਇਹ ਉਸ ਟਾਈਮ 'ਤੇ ਉਹਦਾ ਮਤਲਬ ਇਹ ਹੋ ਜਾਂਦਾ ਹੈਗਾ ਕਿ ਹੈਵੀ ਰੇਡੀਏਸ਼ਨ ਦੇ ਮਾਹੌਲ ਦੇ ਕਰਕੇ ਤੁਹਾਡੇ ਬੋਡੀ ਦੇ ਜਿਹੜੇ ਸੈੱਲ ਨੇ ਉਹਦੀ ਜਿਹੜੀ ਵੋਲਟੇਜ ਹੈ ਉਹ ਹਾਈ ਹੋ ਜਾਂਦੀ ਹੈ। ਜਦੋਂ ਵੋਲਟੇਜ ਹਾਈ ਹੁੰਦੀ ਹੈ ਤਾਂ ਕੈਂਸਰ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਨੇ ਅਤੇ ਸੈੱਲ ਪਾਗਲ ਹੋ ਜਾਂਦੇ ਨੇ। ਜਿਵੇਂ ਤੁਸੀਂ ਇਸ ਘਰ 'ਚ ਆਓਗੇ ਉਹ ਨਿਊਟਰਲ ਹੋ ਜਾਏਗਾ, ਕਿਉਂਕਿ ਇਹ ਘਰ ਜ਼ਮੀਨ ਨਾਲ ਜੁੜਿਆ ਹੋਇਆ। ਇਹਨੂੰ ਆਪਾਂ ਇਹ ਲਗਾ ਲਓ ਵੀ ਇਹਦਾ ਅਰਥ ਕੱਢਿਆ ਹੋਇਆ, ਠੀਕ ਹੈ ਜੀ। ਇੱਥੇ ਕਰੰਟ ਤੁਹਾਡੀ ਜਿਹੜੀ ਬੋਡੀ ਹੈ ਉਹ ਡੀਲਿੰਕ ਨਹੀਂ ਹੈਗੀ ਜ਼ਮੀਨ ਨਾਲੋਂ। ਦੂਸਰੇ ਘਰ ਸਾਡੇ ਡੀਲਿੰਕ ਆ, ਜਿਹਦੇ ਕਰਕੇ ਰੇਡੀਏਸ਼ਨ ਦਾ ਇਫੈਕਟ ਉੱਥੇ ਜ਼ਿਆਦਾ। ਇਹਦੇ ਵਿੱਚ ਜਿਵੇਂ ਰੇਡੀਏਸ਼ਨ ਆਏਗੀ, ਇੱਕ ਤਾਂ ਚੂਨਾ ਹੈ, ਦੂਸਰਾ ਇੱਥੇ ਮਿੱਟੀ ਆਲੇ ਦੁਆਲੇ ਦੇ ਵਿੱਚ ਇਹਦੀ ਬਣਤਰ ਦੇ ਵਿੱਚ ਯੂਜ਼ ਕੀਤੀ ਗਈ ਆ, ਔਰ ਪੂਰੀ ਦਾ ਪੂਰਾ ਨੈਚੁਰਲ ਕੈਮੀਕਲਸ ਦੇ ਨਾਲ ਇਹਨੂੰ ਤਿਆਰ ਕੀਤਾ ਗਿਆ। ਇਹਦਾ ਪੇਂਟ ਵੀ ਹੈ ਉਹ ਵੀ ਅਸੀਂ ਨੈਚੁਰਲ ਤਿਆਰ ਕੀਤਾ ਗਿਆ, ਹਰਬਸ ਦੇ ਨਾਲ ਤਿਆਰ ਕੀਤਾ। ਇਹਦਾ ਜਿਹੜਾ ਪਲਸਤਰ ਹੈ ਉਹ ਵੀ ਅਸੀਂ ਹਰਬ ਦੇ ਨਾਲ ਤਿਆਰ ਕੀਤਾ। ਹੁਣ ਦੂਸਰੀ ਚੀਜ਼, ਔਰ ਇਹਦੇ ਵਿੱਚ ਇਹ ਕੋਈ ਮੇਰਾ ਇੰਡੀਵਿਜੂਅਲੀ ਇਕੱਲੇ ਦਾ ਕੰਮ ਨਹੀਂ ਸੀ, ਠੀਕ ਹੈ। ਇੱਕ ਬਹੁਤ ਵੱਡੀ ਨੈਚੁਰਲ ਹੈਲਥ ਸਾਇੰਸ ਦੀ ਇੱਕ ਨਵੀਂ ਰਿਸਰਚ ਹੈ। ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਨੈਚੁਰਲ ਸਾਇੰਸਿਸ ਦੀ ਰਿਸਰਚ, ਡਿਵੈਲਪਮੈਂਟ ਤੇ ਪ੍ਰਮੋਸ਼ਨ, ਅਸੀਂ ਤਿੰਨੋਂ 'ਤੇ ਕੰਮ ਕਰ ਰਹੇ ਹਾਂ। ਉਹਦੀ ਇੱਕ ਅਸੀਂ ਯੂਨੀਵਰਸਿਟੀ ਇੱਕ ਇਸ ਤਰ੍ਹਾਂ ਦੀ ਹੱਬ ਤਿਆਰ ਕਰਨ ਦੇ ਉੱਤੇ ਕੰਮ ਕਰ ਰਹੇ ਹਾਂ। ਅਗਰ ਮੈਨੂੰ ਇਹ ਚੀਜ਼ ਦੱਸੋ ਸਰ, ਅਗਰ ਅਮਰੀਕਾ ਦੇ ਵਿੱਚ ਨਾਸਾ ਤਿਆਰ ਹੁੰਦਾ ਹੈ ਤਾਂ ਨਾਸਾ ਨੂੰ ਕਿਸੇ ਗਵਰਨਮੈਂਟ ਨੇ ਤਿਆਰ ਨਹੀਂ ਕੀਤਾ, ਨਾਸਾ ਨੂੰ ਕੁਝ ਕਾਰਪੋਰੇਟ ਸੈਕਟਰ ਦੇ ਲੋਕਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ। ਅਤੇ ਅਗਰ ਉਹ ਨਾਸਾ ਤਿਆਰ ਕਰ ਸਕਦੇ, ਉਹ ਮੈਡੀਕਲ ਸਾਇੰਸ ਨੂੰ ਤਿਆਰ ਕਰ ਸਕਦੇ, ਪੂਰੇ ਵਿਸ਼ਵ 'ਚ ਪ੍ਰਚਾਰ ਕਰ ਸਕਦੇ ਆ। ਅਤੇ ਅਸੀਂ ਏਸ਼ੀਆ ਦੇ ਵਿੱਚ ਰਹਿੰਦੇ ਹੋਏ ਜਿਹਦੀ ਮਿੱਟੀ ਦੇ ਵਿੱਚ ਅੱਜ ਵੀ ਮੈਡੀਸਨ ਵਾਲੀ ਕਣ ਬਹੁਤ ਜ਼ਿਆਦਾ ਮੌਜੂਦ ਨੇ, ਅਤੇ ਅਸੀਂ ਆਪਣੀ ਨੈਚੁਰਲ ਸਾਇੰਸ ਦੀ ਨਵੀਂ ਇੰਡਸਟਰੀ ਕਿਉਂ ਨਹੀਂ ਤਿਆਰ ਕਰ ਸਕਦੇ। ਉਹ ਗੱਲ ਵੱਖਰੀ ਹੈ ਕਿ ਇਹਦੇ 'ਤੇ ਫਿਲਹਾਲ ਅਸੀਂ ਆਪਣੀ ਕਾਸਟ ਦੇ ਨਾਲ ਹੀ ਰਿਸਰਚ ਐਂਡ ਡਿਵੈਲਪਮੈਂਟ ਕਰ ਰਹੇ ਹਾਂ। ਚਾਹੇ ਸਾਡਾ ਡੈਮੇਜ ਹੋਵੇ, ਚਾਹੇ ਸਾਨੂੰ ਅਚੀਵਮੈਂਟ ਮਿਲੇ, ਉਹ ਸਾਡਾ ਹੀ ਹੈ ਲਾਸ ਪ੍ਰੋਫਿਟ। ਤਾਂ ਲੇਕਿਨ ਮਕਸਦ ਇਹ ਹੈ ਕਿ ਨੈਚੁਰਲ ਸਾਇੰਸ ਦੀ ਤਾਕਤ ਨੂੰ ਅਸੀਂ ਦਈਏ। ਉਹਦੇ ਵਾਸਤੇ ਜਿਹੜੇ ਵੀ ਬ੍ਰੇਨ ਇਹਦੇ ਸਾਡੀ ਹੈਲਪ ਕਰ ਸਕਦੇ, ਅਸੀਂ ਉਹਨਾਂ ਨੂੰ ਨਾਲ ਲੈ ਆਉਂਦੇ ਹਾਂ। ਇਹ ਜਿਹੜਾ ਕੰਸੈਪਟ ਸੀ ਘਰ ਬਣਾਉਣ ਦਾ, ਜਿਹੜਾ ਕਿ ਹਾਈ pH ਲੈਵਲ ਦਾ ਘਰ ਹੋਵੇ, ਆਕਸੀਜਨ ਮਾਹੌਲ ਜ਼ਿਆਦਾ ਹੋਵੇ, ਔਰ ਰੇਡੀਏਸ਼ਨ ਫ੍ਰੀ ਹੋਵੇ, ਪੋਲਿਊਸ਼ਨ ਫ੍ਰੀ ਹੋਵੇ, ਹੀਟ ਪ੍ਰੂਫ ਹੋਵੇ, ਔਰ ਇਹ ਵਾਟਰ ਰੈਸਿਸਟੈਂਟ ਵੀ ਹੈ ਔਰ ਫਾਇਰ ਰੈਸਿਸਟੈਂਟ ਵੀ ਹੈ, ਸਾਰੇ ਦਾ ਸਾਰਾ ਘਰ। ਇੰਨੇ ਗੁਣ ਕਿਵੇਂ ਪੈਦਾ ਕੀਤੇ ਜਾ ਸਕਦੇ ਆ। ਔਰ ਉਹਦੇ 'ਚ ਦੂਸਰੀ ਚੀਜ਼ ਸੀ ਕਿ ਅਸੀਂ ਮਟੀਰੀਅਲ ਕੈਮੀਕਲ ਨਹੀਂ ਯੂਜ਼ ਕਰਨਾ। ਉਹਦੇ ਲਈ ਫਿਰ ਸਾਨੂੰ ਸਹਿਯੋਗ ਮਿਲਿਆ ਬੜੀ ਅੱਛੀ ਪਰਸਨੈਲਿਟੀ, ਔਰ ਉਹਨਾਂ ਨੇ ਪੂਰੇ ਭਾਰਤ ਨੂੰ ਰੀਪ੍ਰਜੈਂਟ ਕੀਤਾ ਇੰਟਰਨੈਸ਼ਨਲ ਲੈਵਲ ਦੇ ਉੱਤੇ। ਡਾਕਟਰ ਸ਼ਿਵਦਰਸ਼ਨ ਮਲਿਕ ਜੀ, ਜਿਹੜੇ ਕਿ PhD ਨੇ ਕੈਮਿਸਟਰੀ ਦੇ ਵਿੱਚ, ਕੈਮੀਕਲਸ ਦੇ ਉੱਤੇ ਉਹਨਾਂ ਨੇ ਕੈਮਿਸਟਰੀ ਕੀਤੀ ਹੋਈ ਹੈ। ਇੰਨੀ ਅੱਛੇ ਲੈਵਲ ਦੀ ਐਜੂਕੇਸ਼ਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ USA ਜਾਣਾ ਪਸੰਦ ਨਹੀਂ ਕੀਤਾ। ਉਹਨਾਂ ਨੇ ਆਪਣੇ ਮੁਲਕ 'ਚ ਰਹਿ ਕੇ ਆਪਣਾ ਪੂਰਾ ਜੀਵਨ ਇਹਦੇ ਲਈ ਸਮਰਪਿਤ ਕਰਤਾ। ਔਰ ਸਾਨੂੰ ਇਸ ਤਰ੍ਹਾਂ ਦੇ ਹੀ ਬ੍ਰੇਨ ਚਾਹੀਦੇ ਨੇ, ਇਸ ਤਰ੍ਹਾਂ ਦੀਆਂ ਰੂਹਾਂ ਦਾ ਸਾਥ ਚਾਹੀਦਾ ਸੀ। ਸੋ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਨੇ ਉਸ ਤਰ੍ਹਾਂ ਦੀ ਆਡੀਅנס ਤਿਆਰ ਕੀਤੀ ਹੈ। ਸਾਡੇ ਕੋਲ ਉਸ ਤਰ੍ਹਾਂ ਦੇ ਸਟੂਡੈਂਟ ਹੈ, ਸਾਡੇ ਕੋਲ ਉਸ ਤਰ੍ਹਾਂ ਦੇ ਸੁਣਨ ਵਾਲੇ ਸਰੋਤੇ ਨੇ। ਅਸੀਂ ਪਲੇਟਫਾਰਮ ਬਣਾ ਦਿੱਤਾ। ਉਸ ਪਲੇਟਫਾਰਮ 'ਤੇ ਇਸ ਰਿਸਰਚ ਦੇ ਵਿੱਚ ਜਿਹੜੇ ਲੋਕਾਂ ਦੀ ਜ਼ਰੂਰਤ ਹੈ, ਅਸੀਂ ਉਹਨਾਂ ਤੱਕ ਪਹੁੰਚ ਕਰਦੇ ਹਾਂ। ਦੈਨ ਉਹ ਸਾਡੇ ਨਾਲ ਆਏ, ਉਹਨਾਂ ਨੂੰ ਅਸੀਂ ਆਪਣਾ ਮਿਸ਼ਨ ਦੱਸਿਆ, ਉਹਨਾਂ ਨੇ ਐਗਰੀ ਕੀਤਾ, ਦੈਨ ਉਹਨਾਂ ਨੇ ਸਪੋਰਟ ਕੀਤੀ। ਉਹਨਾਂ ਦੇ ਨਾਲ ਮੈਂ ਰੁਕਿਆ, ਉੱਥੇ ਟਾਈਮ ਸਪੈਂਡ ਕੀਤਾ ਔਰ ਪੂਰੀ ਰਿਸਰਚ ਨੂੰ ਸਮਝਿਆ। ਔਰ ਉਹਨਾਂ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਨਾਰਥ ਇੰਡੀਆ ਦਾ ਪਹਿਲਾ ਮਾਡਲ ਤਿਆਰ ਕੀਤਾ, ਨਾਰਥ ਇੰਡੀਆ ਦਾ। ਔਰ ਇਹਦੇ ਵਿੱਚ ਅਸੀਂ ਬਾਕਾਇਦਾ ਇੱਕ ਅਲੱਗ ਤੋਂ ਟੀਮ ਤਿਆਰ ਕੀਤੀ, ਮੈਨੇਜਮੈਂਟ ਤਿਆਰ ਕੀਤੀ ਹੈ, ਖੜੀ ਕੀਤੀ ਆ, ਤਾਂ ਜੋ ਕੋਈ ਬੰਦਾ ਇਹਦੇ 'ਚ ਰਹਿਣਾ ਚਾਹਵੇ, ਇਹਨੂੰ ਬਣਾਉਣਾ ਚਾਹਵੇ, ਉਹਦੇ ਕੋਲ ਉਹਨੂੰ ਅਸੀਂ ਇਹ ਨਾ ਕਹੀਏ ਕਿ ਸੌਰੀ ਸਰ, ਕਿਉਂਕਿ ਬਾਈ ਪ੍ਰੋਫੈਸ਼ਨ ਮੈਂ ਡਾਕਟਰ ਹੋਣ ਦੇ ਨਾਤੇ ਮੇਰੇ ਹਫ਼ਤੇ 'ਚ 5 ਦਿਨ OPD 'ਚ ਨਿਕਲਦੇ ਆ, ਠੀਕ ਹੈ। ਤਾਂ ਮੇਰੇ ਕੋਲ ਤਾਂ ਟਾਈਮ ਨਹੀਂ ਰਹਿਣਾ ਸੀ ਕਿ ਮੈਂ ਹਰ ਬੰਦੇ ਨੂੰ ਗਾਈਡ ਕਰਦਾ। ਉਹਦੇ ਲਈ ਸਾਨੂੰ ਇੱਕ ਟ੍ਰੇਨਡ ਸਟਾਫ, ਟ੍ਰੇਨਡ ਲੇਬਰ ਸਟਾਫ ਸਭ ਦੀ ਜ਼ਰੂਰਤ ਸੀ। ਤਾਂ ਚਾਹੇ ਇਹਦੇ 'ਚ ਹੁਣ ਪੇਂਟ ਹੈ, ਪੇਂਟ ਕਰਨ ਦਾ ਸਟਾਈਲ ਵੀ ਇਹਦੇ 'ਚ ਅਲੱਗ ਹੈ, ਇੱਟ ਲਗਾਉਣ ਦਾ ਸਟਾਈਲ ਵੀ ਅਲੱਗ ਹੈ, ਇਹਦੇ ਅੰਦਰ ਜਿਹੜਾ ਪੂਰਾ ਨਕਸ਼ਾ ਬਣਾਉਣਾ ਹੈ, ਆਰਕੀਟੈਕਟ ਵਰਕ ਵੀ ਅਲੱਗ ਹੈ, ਉਹ ਅਸੀਂ ਇੱਕ ਟੀਮ ਵਰਕ ਤਿਆਰ ਕਰਕੇ ਕੀਤਾ ਹੋਇਆ। ਤਾਂ ਹੁਣ ਕੁਝ ਪ੍ਰੋਜੈਕਟ ਸਾਡੇ ਕੋਲ ਆਏ ਵੀ ਨੇ ਜਿਨ੍ਹਾਂ ਨੂੰ ਅਸੀਂ, ਕਿਉਂਕਿ ਅਸੀਂ ਸਾਲ 'ਚ ਮੈਕਸੀਮਮ 5 ਪ੍ਰੋਜੈਕਟ ਹੀ ਡੀਲ ਕਰ ਸਕਦੇ, ਜ਼ਿਆਦਾ ਨਹੀਂ। ਤਾਂ ਕਹਿਣ ਦਾ ਮਤਲਬ ਇਹ ਸੀ ਕਿ ਅਗਰ ਸਾਡਾ ਘਰ ਹੀ ਸਾਡਾ ਡਾਕਟਰ ਬਣ ਜਾਏ ਤਾਂ ਇੱਕ ਗਰੀਬ ਪਰਿਵਾਰ ਲਈ, ਇੱਕ ਮੱਧਵਰਤੀ ਪਰਿਵਾਰ ਲਈ, ਇੱਕ ਪਿੰਡਾਂ 'ਚ ਰਹਿਣ ਵਾਲੇ ਪਰਿਵਾਰ ਲਈ ਕੋਈ ਜ਼ਰੂਰਤ ਨਹੀਂ ਹੈ ਆਪਣੀ ਕੀਤੀ ਹੋਈ ਕਮਾਈ ਦਾ ਉਜਾੜਾ ਕਰਾਉਣ ਦੀ, ਇਸ ਕਰਕੇ ਕਿ ਉਹਦੇ ਘਰੇ ਬਿਮਾਰੀ ਹੈ। ਉਜਾੜਾ ਕਰਾਉਣ ਦੀ ਕਿ ਉਹ ਤੁਹਾਡੇ ਪਹਿਲਾਂ ਤਾਂ ਕਮਾਓ,
ਫਿਰ ਘਰ ਪਾਉਣ ਲੱਗੇ 70-80 ਲੱਖ ਰੁਪਏ ਬਾਜ਼ਾਰ ਨੂੰ ਦੇ ਆਓ। ਫਿਰ ਉਹ ਜਦੋਂ ਘਰ ਤਪਦਾ ਹੈ ਫਿਰ ਉਹਨੂੰ ਠੰਡਾ ਕਰਨ ਲਈ ਉਹਦੇ ਅੰਦਰ ਇਸ ਤਰ੍ਹਾਂ ਦੇ ਇੰਸਟਰੂਮੈਂਟ ਇੰਸਟਾਲ ਕਰੋ, ਫਿਰ ਉਹ ਚੱਲਦੇ ਨੇ ਤਾਂ ਫਿਰ ਕਾਰਬਨ ਰਿਲੀਜ਼ ਕਰਦੇ ਆ। ਇਹ ਪੂਰੀ ਦਾ ਪੂਰਾ ਕਨਸੈਪਟ ਆ ਜਿਹੜਾ ਇਹ ਅੱਜ ਇਹ ਇੱਕ ਇੰਟਰਨੈਸ਼ਨਲ ਪ੍ਰੋਬਲਮ ਸੋਲਵਿੰਗ ਪ੍ਰੋਜੈਕਟ ਬਣ ਚੁੱਕਿਆ ਹੈ। ਇੰਟਰਨੈਸ਼ਨਲ ਪ੍ਰੋਬਲਮ ਸੋਲਵਿੰਗ ਦਾ ਮਤਲਬ ਕੀ ਆ? ਗਲੋਬਲ ਵਾਰਮਿੰਗ। ਅੱਜ ਇਸ ਟਾਈਮ ਦੀਵਾਲੀ ਆਉਣ ਵਾਲੀ ਹੈ। ਤੁਹਾਨੂੰ ਗਰਗ ਸਾਹਿਬ ਉਹ ਵੀ ਦਿਨ ਯਾਦ ਹੋਣਗੇ ਕਿ ਜਦੋਂ ਪਹਿਲਾਂ ਦੀਵਾਲੀ ਆਉਂਦੀ ਸੀ ਤੇ ਦੀਵਾਲੀ ਵਾਲੇ ਦਿਨਾਂ 'ਚ ਤੁਸੀਂ ਰਜਾਈਆਂ 'ਚ ਹੁੰਦੇ ਸੀ। ਨੋ ਡਾਊਟ। ਅੱਜ ਦੀਵਾਲੀ ਆਉਣ 'ਚ ਆਈ ਥਿੰਕ ਕੋਈ 5-7 ਦਿਨ ਬਾਕੀ ਨੇ, ਲੇਕਿਨ ਕਿਸੇ ਨੇ ਸਵੈਟਰ ਤੱਕ ਨਹੀਂ ਪਾਇਆ ਹੋਇਆ। ਠੀਕ ਹੈ, ਇਹ ਫੈਕਟ ਕਾਹਦਾ? ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ। 1880 ਦੇ ਵਿੱਚ ਇਸ ਧਰਤੀ 'ਤੇ ਜਿਹੜਾ ਕਾਰਬਨ ਦਾ PPM ਲੈਵਲ ਸੀ ਉਹ 220 ਸੀ। 1880 ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਗਰਗ ਸਾਹਿਬ, ਜਦੋਂ ਹਰ ਘਰ ਦੇ ਵਿੱਚ ਲੱਕੜ ਬਾਲੀ ਜਾਂਦੀ ਸੀ। ਹਰ ਘਰ ਦੇ ਵਿੱਚ ਇੱਕ ਟ੍ਰੈਡੀਸ਼ਨਲ ਜਿਹੜੀ ਖੇਤੀ ਨਾਲ ਜੁੜਿਆ ਹੋਇਆ ਬਾਲਣ ਵੀ ਸੀ। ਓਪਲੇ ਜਿਹਨੂੰ ਪਾਥੀ ਕਹਿ ਦਿੰਦੇ ਉਹਨੂੰ ਉਹ ਬਾਲੀ। ਇਹ 1880 'ਚ 220 PPM ਲੈਵਲ ਸੀ। ਫਿਰ 1965 ਦੇ ਵਿੱਚ ਜਿਹੜਾ ਮਾਪਦੰਡ ਹੋਇਆ, 1965 ਦੇ ਵਿੱਚ ਉਹ 360 PPM ਹੋ ਗਿਆ। 1965 ਦੇ ਵਿੱਚ ਹਰ ਘਰ 'ਚ ਤਕਰੀਬਨ LPG ਨੂੰ ਵਿਛਾਉਣ ਦਾ ਪੂਰੀ ਤਿਆਰੀ ਹੋ ਚੁੱਕੀ ਸੀ। ਔਰ ਅੱਜ 2022 ਚੱਲ ਰਿਹਾ ਔਰ 2020 ਦੀ ਜਿਹੜੀ ਰਿਪੋਰਟ ਹੈ, ਐਨਾਲਾਈਜ਼ ਰਿਪੋਰਟ ਹੈ, ਉਹਦੇ 'ਚ ਕਾਰਬਨ ਦਾ PPM ਲੈਵਲ 420 ਹੋ ਚੁੱਕਿਆ। ਠੀਕ ਹੈ, ਹੁਣ ਮੇਰਾ ਕੰਸਰਨ ਇੰਨਾ ਹੀ ਹੈ ਇਹ ਆંકੜੇ ਦੱਸਣ ਦਾ। 1880 ਤੋਂ ਕਿੰਨੇ ਹਜ਼ਾਰਾਂ ਤੋਂ ਇਨਸਾਨ, ਹਜ਼ਾਰ ਸਾਲਾਂ ਤੋਂ ਇਨਸਾਨ ਲੱਕੜ ਬਾਲ ਰਿਹਾ, ਪਾਥੀ ਬਾਲ ਰਿਹਾ ਸੀ। ਮਤਲਬ ਜ਼ਮੀਨ ਦੇ ਉੱਪਰ ਪੈਦਾ ਹੋਇਆ ਜਿਹੜਾ ਬਾਲਣ ਹੈ ਉਹ ਯੂਜ਼ ਕਰ ਰਿਹਾ ਸੀ, ਜਿਹੜਾ ਉੱਪਰ ਦਾ ਜ਼ਮੀਨ ਦੇ ਧਰਤੀ ਦੇ ਉੱਪਰਲਾ ਹਿੱਸੇ ਦਾ ਬਾਲਣ। ਤਾਂ ਉਹਦੇ ਨਾਲ ਕਾਰਬਨ ਲੈਵਲ ਹਜ਼ਾਰਾਂ ਸਾਲਾਂ ਦੇ ਬਾਅਦ ਵੀ 220 ਤੱਕ ਆਇਆ। ਉਸ ਤੋਂ ਬਾਅਦ ਫੋਸਿਲ ਫਿਊਲਸ ਵੱਲ ਚਲਾ ਗਿਆ। ਫੋਸਿਲ ਫਿਊਲਸ ਕਿਹੜੇ ਹੁੰਦੇ? ਜਿਹੜੇ ਜ਼ਮੀਨ ਦੇ ਥੱਲੋਂ ਕੱਢੇ ਗਏ ਨੇ। ਇਹ ਸਿਰਫ 100 ਸਾਲ ਵੀ ਨਹੀਂ ਅਜੇ ਪੂਰੇ ਹੋਏ ਇਹਨਾਂ ਨੂੰ, ਇਹ ਡਬਲ ਹੋ ਗਿਆ PPM ਲੈਵਲ। ਇਹਦਾ ਮਤਲਬ ਕੀ ਹੋ ਗਿਆ ਕਿ ਧਰਤੀ ਅੱਗ ਦਾ ਗੋਲਾ ਬਣ ਰਹੀ ਹੈ। ਜੇ ਸਾਨੂੰ ਅਜੇ ਵੀ ਐਟਮੋਸਫੇਅਰ ਸਮਝ ਨਹੀਂ ਆ ਰਿਹਾ, ਅਸੀਂ ਅੱਜ ਵੀ ਤੇਜ਼ ਰਫ਼ਤਾਰ ਦੇ ਘੋੜਿਆਂ ਨੂੰ ਦੌੜੀ ਜਾ ਰਹੇ, ਪਤਾ ਨਹੀਂ ਹੈਗਾ ਕਿ ਅੱਗ ਮੇਰੀ ਪੂਛ ਦੇ ਪਿੱਛੇ ਲੱਗੀ ਹੋਈ ਜਾਂ ਅੱਗ ਅੱਗੇ ਲੱਗੀ ਹੋਈ ਹੈ, ਸਾਨੂੰ ਪਤਾ ਹੀ ਨਹੀਂ ਹੈਗਾ। ਸੱਚਾਈ ਹੈਗੀ ਕਿ ਅੱਗ ਪੂਰੇ ਸਰੀਰ ਨੂੰ ਲੱਗ ਚੁੱਕੀ ਹੈਗੀ ਹੈ। ਰੀਜ਼ਨ ਹਰ ਇਨਸਾਨ ਅੱਜ ਤਪਦਾ ਪਿਆ, ਫਰਸਟ੍ਰੇਟ ਹੈ। ਕਰੋੜ ਰੁਪਈਆ ਕੋਠੀ ਦੇ ਵਿੱਚ ਲਾ ਕੇ, ਏਅਰ ਕੰਡੀਸ਼ਨਰ AC 'ਚ ਬੈਠ ਕੇ ਵੀ ਸਰ ਪਸੀਨਾ ਆ ਰਿਹਾ ਇਨਸਾਨ ਨੂੰ। ਠੀਕ ਹੈ, ਤਰੇਲੀਆਂ ਆ ਰਹੀਆਂ ਨੇ, ਸ਼ਾਂਤੀ ਜ਼ੀਰੋ ਹੈ। 1 ਕਰੋੜ ਦਾ ਘਰ ਬਣਾ ਕੇ ਉਹਦੇ 'ਚ ਬੰਦਾ ਪੂਜਾ ਰੂਮ ਬਣਾਉਂਦਾ ਹੈ, ਪੂਜਾ ਰੂਮ ਦੇ ਵਿੱਚ AC ਇੰਸਟਾਲ ਕਰਵਾਉਂਦਾ, ਕਹਿੰਦਾ ਮੈਂ ਰੱਬ ਕਰਨੀ ਹੈ। ਲੇਕਿਨ ਇਹ ਸੱਚਾਈ ਹੈ, ਉਹਦਾ ਸਰੀਰ ਹੀ ਨਹੀਂ ਜੁੜਦਾ, ਉਹਦਾ ਤਨ ਜੁੜਨ ਲਈ ਤਿਆਰ ਹੀ ਨਹੀਂ। ਮਨ ਤਾਂ ਬਹੁਤ ਦੂਰ ਦੀ ਗੱਲ ਹੈ। ਠੀਕ ਹੈ, ਜੇ ਤੁਹਾਡੇ ਗਰਗ ਸਾਹਿਬ ਰੀੜ੍ਹ ਦੀ ਹੱਡੀ 'ਚ ਦਰਦ ਹੋਵੇ ਤਾਂ ਰਾਮ ਕਰ ਲਾਂਗੇ? ਨਹੀਂ ਨਾ ਹੁੰਦਾ। ਪਹਿਲਾ ਸੁੱਖ ਨਿਰੋਗੀ ਕਾਇਆ। ਤੇ ਜੇ ਨਿਰੋਗੀ ਕਾਇਆ ਹੀ ਤੁਹਾਡੇ ਕੋਲ ਨਹੀਂ ਹੈਗੀ, ਹੱਥ 'ਚ ਫੜੀ ਮਾਲਾ ਕਿਸੇ ਕੰਮ ਦੀ ਨਹੀਂ ਹੋਣੀ, ਕਿਉਂਕਿ ਉਹ ਚੱਲਣੀ ਹੀ ਨਹੀਂ। ਕੈਟਿੰਗ ਤਾਂ ਅਗਰ ਅਸੀਂ ਕੁਦਰਤ ਨੂੰ ਧਿਆਉਣਾ ਹੈ ਤਾਂ ਸਰ ਕੁਦਰਤ ਦਾ ਤਾਂ ਫਿਕਸ ਪ੍ਰਿੰਸੀਪਲ ਹੈ। ਚਾਹੇ ਤੁਸੀਂ ਭਿਖਾਰੀ ਹੋ ਤੇ ਚਾਹੇ ਤੁਸੀਂ ਰਾਜਾ ਹੋ, ਉਹਦਾ ਫਿਕਸ ਪ੍ਰਿੰਸੀਪਲ ਹੈ ਕਿ ਜੇ ਤੂੰ ਮੈਨੂੰ ਧਿਆਉਣਾ ਹੈ ਨਾ, ਕੁਦਰਤ ਕਹਿੰਦੀ ਹੈ ਤੈਨੂੰ এনवायरमेंट ਵੀ ਮੇਰੇ ਵਾਲਾ ਦੇਣਾ ਪੈਣਾ। ਦਰਖਤ ਕੱਟ ਕੇ ਬਣਾਇਆ ਮੰਦਿਰ ਤੇ ਦਰਖਤ ਕੱਟ ਕੇ ਬਣਾਇਆ ਗੁਰਦੁਆਰੇ 'ਚ, ਕਹਿੰਦੀ ਮੇਰੀ ਐਗਜ਼ਿਸਟੈਂਸ ਨਹੀਂ ਹੈਗੀ, ਜ਼ੀਰੋ ਹੈ, ਮੈਂ ਇੱਥੇ ਕੋਈ ਮੌਜੂਦ ਨਹੀਂ ਹੈਗੀ। ਤੂੰ ਲਾਲਾ ਭਾਵੇਂ 4 AC ਲਾ ਲਾ, ਭਾਵੇਂ 8 ਲਾ ਲਾ, ਮੇਰੀ ਇੱਥੇ ਕੋਈ ਹਾਜ਼ਰੀ ਨਹੀਂ। ਕਿਉਂ? ਤੂੰ ਮੇਰਾ ਬੀ ਖਤਮ ਕਰਤਾ। ਠੀਕ। ਤਾਂ ਉਹਦੇ ਵਾਸਤੇ ਅੱਜ ਸਾਡੇ ਕੋਲ ਇੱਕ ਛੋਟਾ ਜਿਹਾ ਮੈਡੀਟੇਸ਼ਨ ਰੂਮ, ਅਸੀਂ ਇਵਨ ਇਹਦੇ ਹੁਣ ਪ੍ਰੋਜੈਕਟ ਵੀ ਦਿੱਤਾ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਕੋਠੀਆਂ ਪਾਓ, ਇਹਦੀਆਂ ਕੋਈ ਲੋੜ ਨਹੀਂ, ਇੱਧਰ ਆਉਣ ਦੀ ਕੋਈ ਲੋੜ ਨਹੀਂ ਸਾਡੀ ਮੰਨਣ ਦੀ। ਬਟ ਅਸੀਂ ਕਹਿੰਦੇ ਕਿ ਛੋਟਾ ਜਿਹਾ ਐਕਸਪੈਰੀਮੈਂਟ ਕਰੋ। ਜਿਹਨੇ 60-70 ਲੱਖ ਰੁਪਏ ਕੋਠੀ 'ਤੇ ਲਗਾਇਆ, ਉਹਦੀ ਛੱਤ 'ਤੇ ਥੋੜ੍ਹੀ ਜਿਹੀ ਜਗ੍ਹਾ ਹੋਏਗੀ 15x12 ਦੀ, ਉਹਦਾ ਇੱਕ ਰੂਮ ਬਣਾਓ, ਇਸ ਮਟੀਰੀਅਲ ਨਾਲ ਰੂਮ ਬਣਾਓ। ਉਸ ਰੂਮ ਦੇ ਵਿੱਚ ਤੁਸੀਂ ਡੇਲੀ ਆਪਦਾ ਰੱਬ ਕਰੋ। ਬੱਚੇ ਜੇ ਪੜ੍ਹਦੇ ਨੇ ਉਹਨਾਂ ਨੂੰ ਸਟੱਡੀ ਲਈ ਉੱਥੇ ਬਿਠਾਓ। ਅਗਰ ਬੱਚੇ ਤੁਹਾਡੇ ਇਲੈਕਟ੍ਰੋਨਿਕ ਡਿਵਾਈਸ ਯੂਜ਼ ਕਰਦੇ ਨੇ, ਮੋਬਾਈਲ ਹੈ, ਲੈਪਟਾਪ ਹੈ, ਵਾਈਫਾਈ ਚਲਾਉਂਦੇ ਨੇ, ਉਹਨੂੰ ਅੰਦਰ ਬਿਠਾਓ। ਕਿਉਂ? ਉਹਨਾਂ ਦੀ ਬਾਡੀ ਅਰਥ ਦੇ ਵਿੱਚ ਰਵੇ ਤੇ ਡੀਲਿੰਕ ਹੋ ਜਾਏਗੀ। ਜਿਹੜੀ ਡੀਲਿੰਕ ਬਾਡੀ ਉਹ ਲਿੰਕ ਹੋ ਜਾਏਗੀ ਜ਼ਮੀਨ ਦੇ ਨਾਲ, ਔਰ ਉਹਨਾਂ ਦੀ ਬਾਡੀ ਦੇ ਸੈੱਲ ਹੈ ਉਹ ਉਹਨਾਂ ਦਾ ਟੈਂਪਰੇਚਰ ਨਾਰਮਲ ਰਹੇਗਾ, ਔਰ ਕੈਂਸਰ ਸੈੱਲ ਘੱਟ ਬਣਨਗੇ ਬਾਡੀ ਦੇ ਵਿੱਚ, ਬਿਮਾਰੀਆਂ ਘਟਣਗੀਆਂ। ਨਰਵਸ ਸਿਸਟਮ ਘੱਟ ਹਾਈਪੋ 'ਚ ਜਾਏਗਾ, ਟੋਨ ਅਪ ਰਹੇਗਾ,
ਯਾਦਾਸ਼ਤ ਸ਼ਕਤੀ ਅੱਛੀ ਰਹੇਗੀ, ਮੈਮਰੀ ਅੱਛੀ ਰਹੇਗੀ, ਪੇਸ਼ੈਂਸ ਅੱਛੀ ਹੋਏਗੀ, ਡਿਸੀਜਨ ਮੇਕਿੰਗ ਅੱਛੀ ਹੋਏਗੀ ਬੱਚਿਆਂ ਦੀ। ਸੋ ਇਹ ਸਾਰੇ ਇਫੈਕਟ ਅਸੀਂ ਦੇਖ ਸਕਦੇ ਹੈਗੇ ਹਾਂ। ਸੋ ਆਲਰੇਡੀ ਅਗਰ ਇਹ ਬੜੀ ਲੰਬੀ ਚੌੜੀ ਰਿਸਰਚ ਦੇ ਵਿੱਚੋਂ ਸਾਰੀਆਂ ਚੀਜ਼ਾਂ ਨਿਕਲੀਆਂ ਨੇ, ਔਰ ਇਹਦੇ 'ਚ ਸਾਡਾ ਮਕਸਦ ਇਕੱਲਾ ਇਹ ਨਹੀਂ ਹੈ ਕਿ ਅਸੀਂ ਕੋਈ ਪੁਰਾਣੀ ਵਿਰਾਸਤ ਦਿਖਾਉਣੀ ਹੈ। ਜਿਹੜੇ ਲੋਕ ਆਉਂਦੇ ਨੂੰ ਆ ਕੇ ਇਹੀ ਕਹਿੰਦੇ ਹੈਗੇ ਵੀ ਡਾਕਟਰ ਸਾਹਿਬ ਤੁਸੀਂ ਪੁਰਾਣੀ ਵਿਰਾਸਤ ਦਿਖਾਤੀ। ਮੈਂ ਕਿਹਾ ਠੀਕ ਹੈ, ਇਹ ਪੁਰਾਣੀ ਵਿਰਾਸਤ ਦਾ ਹਿੱਸਾ ਹੈ, ਪਰ ਮੈਂ ਐਜ਼ ਏ ਡਾਕਟਰ ਇਹਨੂੰ ਪੁਰਾਣੀ ਵਿਰਾਸਤ ਦੇ ਤੌਰ 'ਤੇ ਨਹੀਂ ਅਸੀਂ ਅੱਗੇ ਲੈ ਕੇ ਆ ਰਹੇ। ਅਸੀਂ ਇਹਨੂੰ ਨੈਚੁਰਲ ਹੈਲਥ ਸਾਇੰਸ ਦੀ ਰਿਸਰਚ ਦੇ ਤੌਰ 'ਤੇ ਅੱਗੇ ਲੈ ਕੇ ਆ ਰਹੇ ਹਾਂ। ਔਰ ਇੱਥੋਂ ਇਹ ਸਮਝੋ ਕਿ ਸਾਡੇ ਬਜ਼ੁਰਗ ਪਿੱਛੇ ਨਹੀਂ ਸੀ, ਉਹ ਸਾਡੇ ਤੋਂ ਬਹੁਤ ਅੱਗੇ ਸੀ, ਪਿੱਛੇ ਅਸੀਂ ਆ ਗਏ ਹਾਂ। ਠੀਕ ਹੈ, ਸਾਡੇ ਬਜ਼ੁਰਗ ਡੱਫਰ ਨਹੀਂ ਸੀ, ਡੱਫਰ ਅਸੀਂ ਹਾਂ। ਠੀਕ ਹੈ, ਪਿੱਛੇ ਅਸੀਂ ਆ ਗਏ ਹਾਂ। ਉਹ ਜਿਹੜਾ ਟਰੀਟਮੈਂਟ ਅੱਜ ਅਸੀਂ ਇਹਦੇ 'ਚ ਦੇਖ ਰਹੇ ਹਾਂ, ਉਹ ਟਰੀਟਮੈਂਟ ਉਹ ਪਹਿਲਾਂ ਹੀ ਉਹਨਾਂ ਨੇ ਸਾਰਾ ਸੋਲੂਸ਼ਨ ਵਿੱਚ ਦਿੱਤਾ ਹੋਇਆ ਸੀ। ਸੋ ਇਹ ਸਾਰੇ ਦਾ ਸਾਰਾ ਇਹਦੇ 'ਚ ਸਾਨੂੰ ਕਾफ़ੀ ਚੀਜ਼ਾਂ ਦਾ ਇਹਦੇ 'ਚ ਹੱਲ ਮਿਲਿਆ, ਕਾफ़ੀ ਚੀਜ਼ਾਂ ਦੀ ਸਾਡੀ ਸਮਝ ਵਧੀ ਕਿ ਸਾਡੇ ਬਜ਼ੁਰਗਾਂ ਦੀ ਇੰਟੈਲੀਜੈਂਸੀ ਕਿੰਨੀ ਅੱਛੀ ਸੀ, ਕਿੰਨੀ ਸਟਰੋਂਗ ਸੀ। ਤਾਂ ਅਸੀਂ ਜੇ ਆਪਣੇ ਆਪ ਨੂੰ ਸਮਝਦੇ ਕਿ ਵਿਗਿਆਨਿਕ ਯੁੱਗ ਦੇ ਵਿੱਚ ਅਸੀਂ ਅੱਗੇ ਵਧੇ ਹਾਂ, ਤਾਂ ਸੌਰੀ ਟੂ ਸੇ ਦਿਸ ਕਿ ਅਸੀਂ ਅੱਗੇ ਨਹੀਂ ਵਧੇ, ਅਸੀਂ ਪਿੱਛੇ ਚਲੇ ਗਏ ਹਾਂ। ਔਰ ਸਾਇੰਸ ਅੱਜ ਦੋ ਤਰ੍ਹਾਂ ਦੀ ਹੋ ਗਈ ਆ। ਇੱਕ ਉਹ ਸਾਇੰਸ ਜਿਹੜੀ ਇਨਸਾਨ ਨੇ ਆਪਣੇ ਸਵਾਰਥ ਲਈ ਉਹਨੂੰ ਯੂਜ਼ ਕਰ ਲਿਆ, ਦੂਸਰੀ ਉਹ ਜਿਹੜੀ ਨੇਚਰ ਦੀ ਹੈ। ਦੁਨਿਆਵੀ ਸਾਇੰਸ ਦੀ ਇਨਵੈਂਸ਼ਨ ਅੱਜ ਹੋ ਰਹੀ ਹੈ, ਪਰ ਨੈਚੁਰਲ ਸਾਇੰਸ ਤਾਂ ਉਦੋਂ ਦੀ ਹੈ ਜਦੋਂ ਤੋਂ ਇਨਸਾਨ ਵੀ ਨਹੀਂ ਸੀ। ਤਾਂ ਸਭ ਤੋਂ ਜਿਹੜੀ ਰਿਚ ਹੈ, ਸਭ ਤੋਂ ਅੱਛੀ ਜਿਹੜੀ ਸਾਇੰਸ ਹੈ ਇਨਸਾਨ ਨੂੰ 100 ਸਾਲ ਦੀ ਉਮਰ ਦੇਣ ਵਾਲੀ, ਉਹਦੀ ਰਿਸਰਚ ਕਰਕੇ ਉਹਦੇ ਜੋ ਇਨਵੈਂਸ਼ਨਸ ਨੇ ਅਸੀਂ ਅੱਜ ਦੀ ਨਵੀਂ ਜਨਰੇਸ਼ਨ ਦੇ ਅੱਗੇ ਰੱਖਣਾ ਚਾਹੁੰਦੇ ਹਾਂ, ਤਾਂ ਜੋ ਅਸੀਂ ਉਹਨਾਂ ਨੂੰ ਇੱਕ ਸਾਇੰਟੀਫਿਕਲੀ ਵੇ ਦੇ ਨਾਲ ਸਮਝਾ ਸਕੀਏ ਕਿ ਸਾਨੂੰ ਕਿਉਂ ਜ਼ਰੂਰਤ ਹੈ ਇੱਕ ਗਊਕਰੀਟ ਮੱਡ ਪੈਲਸ ਦੀ, ਕਿਉਂ ਜ਼ਰੂਰਤ ਹੈ ਗਊਕਰੀਟ ਮੱਡ ਹਾਊਸ ਦੀ, ਕਿਉਂ ਜ਼ਰੂਰਤ ਹੈ ਗਊਕਰੀਟ ਮੱਡ ਰੂਮ ਦੀ। ਇਹਨਾਂ ਸਾਰਿਆਂ ਦੀ ਜ਼ਰੂਰਤ ਕਿਉਂ ਹੈਗੀ ਹੈ, ਇਹਦੀ ਸਮਝ ਸਾਨੂੰ ਵਧਾਉਣ ਦੀ ਜ਼ਰੂਰਤ ਕਿਉਂ ਹੈਗੀ ਹੈ। ਇੱਕ ਛੋਟਾ ਜਿਹਾ ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿ ਅਗਰ ਡਾਕਟਰ ਸ਼ਿਵਦਰਸ਼ਨ ਮਲਿਕ ਜੀ ਜਿਹੜੇ ਕਿ PhD ਨੇ ਕੈਮਿਸਟਰੀ ਦੇ ਵਿੱਚ, ਰਿਪਰੈਜ਼ੈਂਟ ਕਰਦੇ ਨੇ ਇੰਟਰਨੈਸ਼ਨਲ ਲੈਵਲ 'ਤੇ ਇੰਡੀਆ ਨੂੰ, ਵਰਲਡ ਬੈਂਕ ਦੇ ਸੈਮੀਨਾਰਸ ਦੇ ਵਿੱਚ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹ ਇੰਨੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਅਗਰ ਇਨਸਾਨ ਨੇ ਆਪਣੇ ਲਾਈਫ ਸਟਾਈਲ ਨੂੰ ਇੱਧਰ ਲੈ ਆਉਂਦਾ, ਕੁਛ ਤਾਂ ਹੋਏਗਾ ਨਾ। ਗੈਟਿੰਗ 14 ਸਾਲ ਹੋ ਗਏ ਨੇ, 15 ਮੇਰਾ ਰਨਿੰਗ 'ਚ ਹੈ ਨੈਚੁਰਲ ਸਾਇੰਸ ਦੇ ਉੱਤੇ ਕੰਮ ਕਰਦੇ ਇੰਨੀਆਂ ਬੁੱਕਸ ਪੜ੍ਹਨ ਤੋਂ ਬਾਅਦ, ਇੰਨੀ ਪੜ੍ਹਾਈ ਕਰਨ ਤੋਂ ਬਾਅਦ ਕੁਛ ਤਾਂ ਹੋਏਗਾ ਜਿਹੜਾ ਸਾਨੂੰ ਇੱਧਰ ਲੈ ਆਇਆ। ਠੀਕ ਹੈ, ਅਦਰਵਾਈਜ਼ ਹਰ ਬੰਦਾ ਚਾਹੁੰਦਾ ਮੈਂ ਜੇ ਪਿੰਡ 'ਚ ਮੈਂ ਸ਼ਹਿਰ 'ਚ ਮੂਵ ਹੋਵਾਂ, ਛੋਟੇ ਸ਼ਹਿਰ 'ਚ ਤਾਂ ਮੈਂ ਵੱਡੇ ਸ਼ਹਿਰ 'ਚ ਮੂਵ ਹੋਵਾਂ। ਜੇ ਮੈਂ ਅੱਜ ਦੀ ਮਾਡਰਨ ਦੁਨੀਆ ਨੂੰ ਫੋਲੋ ਕਰਦਾ ਤਾਂ ਅੱਜ ਮੈਂ ਚੰਡੀਗੜ੍ਹ 'ਚ ਰਹਿ ਰਿਹਾ ਹੁੰਦਾ, ਜਾਂ ਮੋਹਾਲੀ 'ਚ ਰਹਿ ਰਿਹਾ ਹੁੰਦਾ, ਦਿੱਲੀ 'ਚ ਰਹਿ ਰਿਹਾ ਹੁੰਦਾ ਫਲੈਟ ਦੇ ਵਿੱਚ। ਬਟ ਜਦੋਂ ਮੈਂ ਨੈਚੁਰਲ ਸਾਇੰਸ ਨੂੰ ਪੜ੍ਹਿਆ ਤਾਂ ਪਤਾ ਲੱਗਾ ਕਿ 100 ਸਾਲ ਦੀ ਉਮਰ ਦਾ ਫਾਰਮੂਲਾ ਇੱਕ ਹੀ ਆ, ਔਰ ਉਹਦੇ ਲਈ ਕੋਈ ਦੂਸਰਾ ਕੋਈ ਰਸਤਾ ਹੋ ਹੀ ਨਹੀਂ ਸਕਦਾ, ਫਿਕਸ ਹੈ। ਉਹ ਲੱਖਾਂ ਸਾਲਾਂ ਤੋਂ ਵੀ ਉਹੀ ਸੀ, ਅੱਜ ਵੀ ਉਹੀ ਹੈ। ਸੂਰਜ ਜੇ ਪਹਿਲਾਂ ਵੀ ਪੂਰਬ ਤੋਂ ਨਿਕਲਦਾ ਸੀ ਅਤੇ ਪੱਛਮ 'ਚ ਛੁਪਦਾ ਹੈ, ਉਹ ਚਾਹੇ ਸਤਯੁਗ ਆ ਜਾਏ, ਦੁਆਪਰ ਆ ਜਾਏ, ਤ੍ਰੇਤਾ ਆ ਜਾਏ, ਕਲਯੁਗ ਆ ਜਾਏ, ਉਹਦਾ ਪ੍ਰਿੰਸੀਪਲ ਸੇਮ ਰਹਿਣਾ। ਅੱਗ ਦਾ ਕੰਮ ਜੇ ਸਾੜਨਾ ਹੈ ਤਾਂ ਉਹਦਾ ਪ੍ਰਿੰਸੀਪਲ ਸਾੜਨਾ ਹੀ ਹੈ। ਪਾਣੀ ਦਾ ਕੰਮ ਤੁਹਾਨੂੰ ਡੁਬੋਣਾ ਹੈ ਤਾਂ ਉਹਦਾ ਪ੍ਰਿੰਸੀਪਲ ਡੁਬੋਣਾ ਹੀ ਹੈ। ਉਸੇ ਤਰ੍ਹਾਂ ਨੇਚਰ, ਅਸੀਂ ਨੇਚਰ ਦੇ ਬਣਾਏ ਹੋਏ ਪ੍ਰੋਡਕਟ ਆ, ਕਿਸੇ ਲੈਬ ਵਿੱਚ ਤਿਆਰ ਹੋਏ ਪ੍ਰੋਡਕਟ ਨਹੀਂ ਹੈਗੇ। ਅਤੇ ਜੇ ਨੇਚਰ ਦੇ ਬਣਾਏ ਹੋਏ ਆ ਤਾਂ ਸਾਡੇ 'ਤੇ ਵੀ ਪ੍ਰਿੰਸੀਪਲ ਉਹੀ ਲਾਗੂ ਹੁੰਦਾ ਜੋ ਆਕਾਸ਼, ਵਾਯੂ, ਜਲ, ਅਗਨੀ ਔਰ ਪ੍ਰਿਥਵੀ 'ਤੇ ਲਾਗੂ ਹੁੰਦਾ। ਠੀਕ ਹੈ, ਤਾਂ ਇਹ ਥੋੜ੍ਹੀ ਜਿਹੀ ਸਮਝ ਸਾਨੂੰ ਵਧਾਉਣੀ ਪਏਗੀ। ਹੱਲ ਨੇਚਰ ਨੇ ਹਰ ਚੀਜ਼ ਦਾ ਦਿੱਤਾ ਹੋਇਆ। ਵੀਰ ਜੀ, ਤੁਸੀਂ ਯੂਜ਼ਫੁਲ ਟਿਪਸ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸਾਨੂੰ ਪਹਿਲਾਂ ਤਾਂ ਇਹ ਦੱਸੋ ਕਿ ਅਗਰ ਬੰਦੇ ਨੇ ਐਸਾ ਹੀ ਕ੍ਰੀਏਸ਼ਨ ਦਾ ਘਰ ਬਣਾਉਣਾ, ਉਹਦੇ ਲਈ ਅਗਲੇ ਦੀ ਕਿੰਨੀ ਕੋਸਟ, ਔਰ ਅਗਰ ਉਹਨਾਂ ਨੇ ਇੱਕ ਰੂਮ ਬਣਾਉਣਾ ਅਤੇ ਕਿੰਨਾ ਕੁ ਉਹਨੂੰ ਵੇਟ ਕਰਨਾ ਪੈਂਦਾ? ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਸਰਦੀ 'ਚ ਨਹੀਂ, ਇਹ ਗਰਮੀ 'ਚ ਹੀ ਬਣਦਾ ਹੈਗਾ। ਕਿਵੇਂ ਉਹ ਬੰਦੇ ਪਹਿਲਾਂ ਹੀ ਮਤਲਬ ਆਪਣੇ ਰਜਿਸਟ੍ਰੇਸ਼ਨਸ ਕਰਾ ਸਕਦੇ ਆ, ਔਰ ਮਿਲ ਕੇ ਇੱਕ ਅੱਧੀ ਵਾਰੀ ਇੱਥੇ ਵਿਜ਼ਿਟ ਵੀ ਕਰ ਸਕਦੇ ਹੈਗੇ ਆ? ਕੀ ਕਹਿਣਾ ਚਾਹੋ? ਇਹਦੇ ਲਈ ਗਰਗ ਸਾਹਿਬ ਦੇਖੋ, ਅਸੀਂ ਨਵੰਬਰ 'ਚ ਇਹਦੀ ਇਨੋਗ੍ਰੇਸ਼ਨ ਕਰ ਰਹੇ ਹੈਗੇ ਹਾਂ। ਦੈਨ ਉਸ ਤੋਂ ਬਾਅਦ ਅਸੀਂ ਇਹਦੇ 'ਚ ਇੱਕ ਛੋਟਾ ਜਿਹਾ ਪੈਕੇਜ ਲਾਂਚ ਕਰ ਰਹੇ ਹਾਂ। ਸਭ ਤੋਂ ਪਹਿਲਾਂ ਪੈਕੇਜ ਦਾ ਕੰਸਰਨ ਕੀ ਹੈ? ਅਸੀਂ ਕਹਿੰਦੇ ਕਿ ਤੁਸੀਂ ਕੁਛ ਨਾ ਡਿਸੀਜਨ ਲਵੋ, ਪਹਿਲਾਂ 1 ਨਾਈਟ ਪੈਕੇਜ ਲਵੋ, ਨੋਮੀਨਲ ਜੀ ਅਮਾਊਂਟ 'ਤੇ ਹੈ ਜਿਹਨੂੰ ਹਰ ਬੰਦਾ ਅਫੋਰਡ ਕਰ ਪਾਏਗਾ। ਇੱਕ ਰਾਤ ਰਹਿ ਕੇ ਜਾਓ ਇੱਥੇ, ਪਹਿਲਾਂ ਇੱਕ ਰਾਤ ਰਹੋ, ਫਿਰ ਉਸ ਤੋਂ ਬਾਅਦ ਡਿਸੀਜਨ ਲਿਓ ਜੀ। ਵਿਦ ਫੈਮਿਲੀ ਆਓ। ਇਹਦੇ ਅੰਦਰ ਜਿੰਨੀਆਂ ਵੀ ਨੈਚੁਰਲ ਸਾਇੰਸਿਸ ਉਹਦੇ ਬਾਰੇ ਤੁਹਾਨੂੰ ਅਵੇਅਰਨੈਸ ਮਿਲੇਗੀ। ਪੱਕੀ ਅੱਗ ਅਤੇ ਕੱਚੀ ਅੱਗ ਦਾ ਮਤਲਬ ਸਮਝਾਇਆ ਜਾਏਗਾ। ਫੋਸਿਲ ਫਿਊਲਸ 'ਤੇ ਬਣੀ ਹੋਈ ਸਬਜ਼ੀ ਅਤੇ ਪੱਕੀ ਹੋਈ ਰੋਟੀ, ਅਤੇ ਨੈਚੁਰਲ ਫਿਊਲਸ 'ਤੇ ਬਣੀ ਹੋਈ ਅਤੇ ਪੱਕੀ ਹੋਈ ਰੋਟੀ 'ਤੇ ਤੁਹਾਨੂੰ ਅੰਤਰ ਸਮਝਾਇਆ ਜਾਏਗਾ। ਔਰ ਇਹਦਾ ਕੰਸਰਨ ਨਾਟ ਓਨਲੀ ਕਿ ਇਹ ਡਿਜ਼ਾਈਨ ਅੱਛਾ ਹੈ, ਇਹਦਾ ਕੰਸਰਨ ਹੈਗਾ ਕਿ ਇੱਥੇ ਰਹਿ ਕੇ ਤੁਹਾਡੀ ਉਮਰ ਅੱਛੀ ਹੋ ਜਾਏਗੀ, ਹੈਲਥ ਅੱਛੀ ਹੋ ਜਾਏਗੀ। ਤੁਸੀਂ
ਕਰੋੜਾਂ ਰੁਪਇਆ ਕਮਾ ਲੈਂਦੇ ਹੋ, ਕਰੋੜਾਂ ਰੁਪਇਆ ਕਮਾਉਣ ਤੋਂ ਬਾਅਦ ਜਦੋਂ ਬੈਠ ਕੇ ਉਸ ਪੈਸੇ ਨੂੰ ਇੰਜੋਏ ਕਰਨ ਦੀ ਵਾਰੀ ਆਉਂਦੀ ਹੈ ਨਾ, ਤਾਂ ਡਾਕਟਰ ਕਹਿੰਦਾ ਹੈ ਕਿ ਸਰ ਤੁਸੀਂ ਇਹ ਚੀਜ਼ਾਂ ਬੰਦ ਕਰ ਦਿਓ, ਤੁਸੀਂ AC ਬੰਦ ਕਰ ਦਿਓ। ਔਰ ਇਨਸਾਨ ਔਰ ਸੱਚਾਈ ਵੀ ਹੈ ਕਿ ਕਮਾਈ ਦਾ ਬਹੁਤ ਵੱਡਾ ਹਿੱਸਾ ਅਖੀਰਲੀ ਉਮਰ 'ਚ ਇਨਸਾਨ ਸਿਹਤ ਦੀਆਂ ਸਰਵਿਸਿਜ਼ ਲੈਂਦਾ ਗਵਾ ਕੇ ਚਲੇ ਜਾਂਦਾ। ਔਰ 90% ਮਿਡਲ ਕਲਾਸ ਫੈਮਲੀਜ਼ ਉਹਨਾਂ ਲਈ ਤੇ ਬਹੁਤ ਵੱਡਾ ਚੈਲੰਜ ਵੀ ਬਣ ਜਾਂਦਾ। ਤਾਂ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਤੁਸੀਂ ਕਮਾਇਆ ਹੈ ਉਹ ਤੁਹਾਡੇ ਬੱਚਿਆਂ ਦੇ ਕੰਮ ਆਵੇ। ਉਹਦੇ ਲਈ ਜ਼ਰੂਰੀ ਹੈ ਕਿ ਅਸੀਂ ਵੇਸਟੇਜ ਰੋਕੀਏ ਅਤੇ ਡੈਮੇਜ ਰੋਕੀਏ। ਅੱਜ ਸਭ ਤੋਂ ਵੱਡਾ ਡੈਮੇਜ ਅਤੇ ਵੇਸਟੇਜ ਹੈਲਥ ਦੇ ਉੱਤੇ, ਠੀਕ ਹੈ। ਔਰ ਹੈਲਥ ਦੀ ਡੈਮੇਜ ਅਤੇ ਵੇਸਟੇਜ ਨੂੰ ਰੋਕਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਇਸ ਸਾਇੰਸ ਨਾਲ ਜੁੜਨਾ ਪਏਗਾ। ਕੋਈ ਬਹੁਤ ਵੱਡਾ ਬਜਟ ਨਹੀਂ ਹੈ, ਚਾਹੇ ਰੂਮ ਬਣਾਓ ਚਾਹੇ ਘਰ ਬਣਾਓ, ਲੇਕਿਨ ਤੁਸੀਂ ਕੋਈ ਵੀ ਵੀਡੀਓ ਦੇਖ ਕੇ ਪ੍ਰਭਾਵਿਤ ਹੋ ਕੇ ਡਿਸੀਜਨ ਨਹੀਂ ਲੈਣਾ। ਸਾਡਾ ਕੰਮ ਬਹੁਤ ਕਲੀਅਰ ਕੱਟ ਜਿਹਾ ਹੁੰਦਾ ਗਰਗ ਸਾਹਿਬ। ਅਸੀਂ ਚਾਹੁੰਦੇ ਹਾਂ ਕਿ ਡਿਸੀਜਨ ਤੁਹਾਡੇ ਅੰਦਰੋਂ ਆਵੇ। ਅਸੀਂ ਕਿਸੇ ਨੂੰ ਕਨਵਿੰਸ ਨਹੀਂ ਕਰਨਾ ਚਾਹੁੰਦੇ, ਅਸੀਂ ਹਰ ਇਨਸਾਨ ਨੂੰ ਕਨੈਕਟ ਕਰਨਾ ਚਾਹੁੰਦੇ ਹਾਂ। ਕਨਵਿੰਸ ਕਰਨ ਅਤੇ ਕਨੈਕਟ ਕਰਨ 'ਚ ਬਹੁਤ ਅੰਤਰ ਹੁੰਦਾ ਹੈ। ਕਨਵਿੰਸ ਹੋਇਆ ਇਨਸਾਨ ਆਪਣੇ ਆਪ ਨਾਲ ਜ਼ਬਰਦਸਤੀ ਫੀਲ ਕਰਦਾ ਹੈ ਕਿ ਮੇਰੇ ਨਾਲ ਜ਼ਬਰਦਸਤੀ ਹੋ ਰਹੀ, ਮੈਂ ਚਾਹੁੰਦਾ ਨਹੀਂ ਐਵੇਂ ਕਰਨਾ। ਲੇਕਿਨ ਕਨੈਕਟ ਹੋਇਆ ਇਨਸਾਨ ਰੂਹ ਤੋਂ ਅੰਦਰੋਂ ਆਉਂਦਾ। ਅਤੇ ਜੋ ਵੀ ਇਨਸਾਨ ਇਸ ਮਾਡਲ ਵੱਲ ਆਵੇ ਉਹ ਰੂਹ ਤੋਂ ਆਵੇ, ਕਿਉਂਕਿ ਜਿੱਥੇ ਅਗਰ ਉਹਨੇ ਆਪਣੀ ਕੋਠੀ 'ਤੇ ਇੱਕ ਰੂਮ ਵੀ ਬਣਾਇਆ ਹੋਵੇ ਨਾ, ਤਾਂ ਦੂਸਰੇ ਲੋਕਾਂ ਨੂੰ ਪ੍ਰਭਾਵਿਤ ਕਰੇ ਅਤੇ ਉਹਨੂੰ ਸਮਝਣ ਲਈ ਆਲੇ ਦੁਆਲੇ ਨੂੰ ਸਾਡੇ ਕੋਲ ਲਾਉਣਾ ਪਵੇ। ਉਹੀ ਇਨਸਾਨ ਉਹਦਾ ਪ੍ਰਮੋਟਰ ਹੋ ਜਾਏਗਾ। ਉਹ ਤਾਂ ਹੋਏਗਾ ਜੋ ਕਨੈਕਟ ਹੋ ਕੇ ਆਏਗਾ, ਕਨਵਿੰਸ ਹੋ ਕੇ ਨਹੀਂ ਆਏਗਾ। ਅਤੇ ਜਦੋਂ ਕਨੈਕਟ ਹੋ ਕੇ ਆਏਗਾ ਨਾ, ਤਾਂ ਉਹਦੇ ਅੰਦਰ ਬੈਠਾ ਹੋਇਆ ਉਹ ਰੂਹ ਹੋਏਗੀ ਜਿਹੜੀ ਉਸ ਪਰਿਵਾਰ ਦੀ ਸਭ ਤੋਂ ਸ਼ਾਂਤ ਅਤੇ ਠੰਡੀ ਰੂਹ ਬਣ ਚੁੱਕੀ ਹੋਏਗੀ, ਠੀਕ ਹੈ। ਤਾਂ ਇਹ ਸਾਰਾ ਮਕਸਦ ਸਾਡਾ ਰੂਹ ਤੋਂ ਲੈ ਕੇ ਸਰੀਰ ਤੱਕ ਅਸੀਂ ਆਪਣੇ ਆਪ ਨੂੰ ਫੀਲ ਅਤੇ ਆਨੰਦ ਕਿਵੇਂ ਵਧਾ ਸਕਦੇ, ਇਹ ਉਹਦਾ ਪ੍ਰੋਜੈਕਟ ਹੈ, ਉਹਦਾ ਪਾਰਟ ਹੈ। ਉਹਦੇ ਵਾਸਤੇ ਸਭ ਤੋਂ ਪਹਿਲਾਂ ਇੱਕ ਛੋਟਾ ਰੂਮ ਹੈ, ਉਸ ਇੱਕ ਮੈਡੀਟੇਸ਼ਨ ਰੂਮ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਪ੍ਰੋਜੈਕਟ ਹੈਗਾ। ਦੈਨ ਅਸੀਂ ਇਹਦਾ ਇੱਕ ਬੇਸਿਕ ਮਾਡਲ ਵੀ ਲਾਂਚ ਕੀਤਾ ਹੈ, ਹੁਣ ਕਰ ਰਹੇ ਹਾਂ। ਦੈਨ ਉਸ ਤੋਂ ਬਾਅਦ ਸਿੱਧਾ ਲਗਜ਼ਰੀ ਮਾਡਲ ਹੈ ਇਹਦੇ 'ਚ, ਵੀ ਜੋ ਕਿ ਇਨਸਾਨ ਚਾਹੁੰਦਾ ਹੈ ਜੀ ਮੈਂ ਬਿਲਕੁਲ ਲਗਜ਼ਰੀਅਸ ਦੇ ਵਿੱਚ ਜਾਣਾ ਚਾਹੁੰਦਾ, ਤਾਂ ਉਹਦੇ ਵਾਸਤੇ ਵੀ ਕੈਮੀਕਲ ਫ੍ਰੀ ਲਗਜ਼ਰੀ ਹਾਊਸ ਵੀ ਬਣੇਗਾ। ਤਾਂ ਉਹ ਪੈਲਸ ਬਣਾ ਸਕਦਾ ਹੈ, ਮਹਿਲ ਦਾ ਨਾਮ ਦੇ ਸਕਦਾ ਹੈ, ਸਾਰੇ ਇੰਸਟਰੂਮੈਂਟ ਜਿੰਨਾ ਪੈਸਾ ਲਗਾਉਣਾ ਲਗਾ ਸਕਦਾ। ਲੇਕਿਨ ਅਸੀਂ ਐਡਵਾਈਸ ਕਰਦੇ ਹੁੰਦੇ ਹਾਂ ਕਿ ਤੁਸੀਂ ਇਹਨੂੰ ਉਸ ਰੇਂਜ 'ਚ ਆਪਾਂ ਬਣਾਈਏ ਜਿਹਦੇ ਨਾਲ ਇੱਕ ਦੂਸਰੇ ਨੂੰ ਵੀ ਇਹ ਮੈਸੇਜ ਜਾਵੇ ਕਿ ਇਹਦੇ ਲਈ ਬਹੁਤ ਜ਼ਿਆਦਾ ਕੋਈ ਕਰਜ਼ਾ ਚੁੱਕਣ ਦੀ ਜ਼ਰੂਰਤ ਨਹੀਂ। ਜਿਸ ਇਨਸਾਨ ਕੋਲ 10 ਮਰਲੇ ਜਗ੍ਹਾ ਹੈਗੀ ਹੈ, ਚਾਹੇ ਉਹ ਪਿੰਡ 'ਚ ਹੈ ਚਾਹੇ ਸ਼ਹਿਰ ਦੇ ਵਿੱਚ ਹੈਗਾ, ਚਾਹੇ ਤੁਹਾਡਾ ਕਲੋਨੀ ਦੇ ਵਿੱਚ ਕਿਤੇ ਵੀ ਹੈਗਾ, ਤੁਸੀਂ ਇਸ ਮਾਡਲ ਨੂੰ ਬਣਾਓਗੇ। ਇਹਦੇ 'ਚ ਆਕਾਸ਼, ਵਾਯੂ, ਜਲ, ਅਗਨੀ ਔਰ ਪ੍ਰਿਥਵੀ ਪੰਜੋ ਚੀਜ਼ਾਂ ਦਾ ਬੈਲੈਂਸ ਮਿਲੇਗਾ। ਤੁਹਾਡਾ ਇਹਦੇ ਅੰਦਰ ਸੌਣਾ ਅਤੇ ਰਹਿਣਾ, ਤੁਹਾਡਾ ਇਹਦੇ ਅੰਦਰ ਖਾਣਾ ਅਤੇ ਬੈਠਣਾ, ਗੱਲਾਂ ਕਰਨੀਆਂ, ਤੁਹਾਡੀ ਸੋਚ, ਤੁਹਾਡੇ ਆਈਡੀਆਜ਼ ਪਹਿਲੇ 1 ਮਹੀਨੇ 'ਚ ਚੇਂਜ ਹੋ ਜਾਣਗੇ। ਤੁਹਾਡੀ ਜੀਵਨ ਪ੍ਰਤੀ ਆਸਥਾ ਅਤੇ ਜੀਵਨ ਪ੍ਰਤੀ ਤੁਹਾਡਾ ਵਿਸ਼ਵਾਸ ਵਧੇਗਾ। ਤੁਹਾਡੇ ਪੋਜ਼ੀਟਿਵ ਥਾਟ ਵੱਧ ਜਾਣਗੇ, ਨੈਗੇਟਿਵ ਥਾਟ ਘੱਟ ਜਾਣਗੇ। ਰੀਜ਼ਨ ਇਹ ਆਕਾਸ਼ ਦਾ ਏਰੀਆ ਹੁੰਦਾ। ਜਿਹੜੀ ਆਕਾਸ਼, ਵਾਯੂ, ਜਲ, ਅਗਨੀ ਔਰ ਪ੍ਰਿਥਵੀ ਦੀ ਮੈਂ ਗੱਲ ਕਰ ਰਿਹਾ, ਪੰਜੇ ਚੀਜ਼ਾਂ ਜੋ ਬ੍ਰਹਮੰਡੇ ਸੋਈ ਪਿੰਡੇ, ਉਹ ਪੰਜਾਂ ਚੀਜ਼ਾਂ ਜਿਹੜਾ ਆਕਾਸ਼ ਦੀ ਜਗ੍ਹਾ ਹੈ ਉਹ ਸਾਡੇ ਬ੍ਰੇਨ ਵਾਲੇ ਹਿੱਸੇ 'ਚ ਹੁੰਦੀ ਹੈ। ਗੈਟਿੰਗ? ਤਾਂ ਇਸ ਘਰ ਦੇ ਵਿੱਚ ਰਹਿ ਕੇ ਤੁਹਾਡਾ ਆਕਾਸ਼ ਦਾ ਲੈਵਲ ਵੱਧ ਜਾਂਦਾ। ਆਕਾਸ਼ ਦਾ ਲੈਵਲ ਮਤਲਬ ਬ੍ਰੇਨ ਵਾਲੇ ਹਿੱਸੇ 'ਚ ਆਕਸੀਜਨ ਵੱਧ ਜਾਂਦੀ ਹੈ। ਜਦੋਂ ਬ੍ਰੇਨ ਨੂੰ ਆਕਸੀਜਨ ਫੁੱਲ ਮਿਲਣੀ ਸ਼ੁਰੂ ਹੋ ਜਾਏਗੀ, ਚਾਹੇ ਤੁਸੀਂ ਦਿਨੇ ਸੌ ਰਹੇ ਹੋ, ਦੁਪਹਿਰੇ ਸੌ ਰਹੇ ਹੋ, ਰਾਤ ਨੂੰ ਸੌ ਰਹੇ ਹੋ, ਰੇਡੀਏਸ਼ਨ ਤੁਹਾਡੇ 'ਤੇ ਅਟੈਕ ਨਹੀਂ ਕਰ ਪਾ ਰਹੀ ਹੈਗੀ, ਸੈੱਲ ਨੂੰ ਡੈਮੇਜ ਨਹੀਂ ਕਰ ਪਾ ਰਹੀ ਹੈਗੀ। ਤੁਹਾਨੂੰ ਨੀਂਦ ਔਰ ਤੁਹਾਡਾ ਪਿਟਿਊਟਰੀ ਗਲੈਂਡ ਨੇ ਜਿਹੜੀ ਡੀਪ ਸਲੀਪਿੰਗ ਮੂਡ 'ਚ ਜਾ ਕੇ ਰਿਪੇਅਰਿੰਗ ਕਰਨੀ ਹੈ ਨਾ, ਨਵੇਂ ਸੈੱਲ ਨੂੰ ਤਿਆਰ ਕਰਨਾ ਹੈਗਾ। ਅਤੇ ਆਪਣੀ ਆਪ ਦੀ ਤਰ੍ਹਾਂ ਹੀ ਇੱਕ ਤਰ੍ਹਾਂ ਦਾ ਇਹ ਲਗਾ ਲਓ ਵੀ 3 ਸਾਲ ਜਿਹੜਾ ਇਨਸਾਨ ਇਸ ਘਰ 'ਚ ਰਹਿ ਗਿਆ, 75% ਦਵਾਈਆਂ ਘਰ 'ਚ ਰਹਿਣ ਨਾਲ ਹੀ ਜਾ ਸਕਦੀਆਂ ਨੇ। ਇੰਨੀ ਕੁ ਐਫੀਸ਼ੀਐਂਸੀ ਹੁੰਦੀ ਹੈ ਇਸ ਘਰ ਦੇ ਵਿੱਚ। ਸੋ ਇਹਦੇ ਲਈ ਬਹੁਤਾ ਜ਼ਿਆਦਾ ਕੋਈ ਬਜਟ ਨਹੀਂ ਹੈ। ਫਸਟ ਆਫ ਆਲ ਅਸੀਂ ਨਵੰਬਰ ਤੋਂ ਬਾਅਦ ਇੱਕ ਪੈਕੇਜ ਲਾਂਚ ਕਰ ਰਹੇ ਹਾਂ। ਉਸ ਪੈਕੇਜ ਨੂੰ ਨੋਮੀਨਲ ਜਿਹਾ ਪੈਕੇਜ ਹੋਏਗਾ, ਲੈ ਕੇ ਤੁਸੀਂ 1 ਨਾਈਟ ਜਾਂ 2 ਨਾਈਟ ਵਿਦ ਫੈਮਿਲੀ ਪ੍ਰੋਗਰਾਮ ਬਣਾ ਕੇ ਰਹਿਣ ਆਓ। ਨਾਲੇ ਇਹਦੇ ਗੁਣ ਸਮਝੋ, ਨਾਲੇ ਇਹਦੀ ਸਪੈਸੀਫਿਕੇਸ਼ਨ ਨੂੰ ਸਮਝੋ, ਨਾਲੇ ਇੱਕ ਰਾਤ ਰੁਕ ਕੇ ਇਹਦਾ ਐਕਸਪੀਰੀਅੰਸ ਸਮਝੋ ਕਿ ਇਹਦੇ 'ਚ ਸਾਨੂੰ ਕੀ ਐਡਵਾਂਟੇਜ ਹੋਣਗੇ। ਤਾਂ ਇਹ ਮੇਰਾ ਵਾਅਦਾ ਹੈ ਕਿ ਇੱਕ ਰਾਤ ਬਹੁਤ ਹੈ ਤੁਹਾਨੂੰ ਇਹ ਘਰ ਆਪਣਾ ਆਪ ਐਕਸਪਲੇਨ ਕਰਨ ਦੇ ਲਈ। ਇਹ ਘਰ ਖੁਦ ਐਕਸਪਲੇਨ ਕਰੇਗਾ, ਸਾਨੂੰ ਕੋਈ ਗਾਈਡਰ ਤੁਹਾਨੂੰ ਦੇਣਾ ਨਹੀਂ ਪੈਣਾ ਹੈਗਾ। ਇਹਦੀਆਂ ਦੀਵਾਰਾਂ ਸਾਹ ਵੀ ਲੈਂਦੀਆਂ ਔਰ ਬੋਲਦੀਆਂ ਵੀ ਨੇ, ਔਰ ਤੁਹਾਡੇ ਰੂਮ ਨੂੰ ਸਿਗਨਲ ਜਾਏਗਾ ਜਦੋਂ ਤੁਸੀਂ ਇਹਦੇ ਰੂਮ 'ਚ ਐਂਟਰ ਕਰੋਗੇ। ਦਰਸ਼ਕੋ, ਅਸੀਂ ਚਾਹਾਂਗੇ ਕਿ ਵੀਰ ਜੀ ਸਾਨੂੰ ਸਾਰਾ ਜਿੱਦਾਂ ਇਹਨਾਂ ਨੇ ਜੋ ਗਰੀਨਰੀ, ਜੋ ਮਿੱਟੀ ਦੇ ਨਾਲ, ਜੋ ਫਰਸ਼ਾਂ ਔਰ ਜੋ ਟੈਲਾਂ ਔਰ ਜੋ ਚੂਨੇ ਦੇ ਨਾਲ ਕੀਤਾ,
ਇਹ ਸਾਰੇ ਸਾਡੇ ਦਰਸ਼ਕਾਂ ਨੂੰ ਵੀਰ ਜੀ ਖੁਦ ਦਿਖਾਉਣ। ਵੀਰ ਜੀ ਧੰਨਵਾਦ ਆ ਤੁਹਾਡਾ, ਕਾਈਂਡਲੀ ਸਾਡੇ ਦਰਸ਼ਕਾਂ ਨੂੰ ਸਟਾਰਟਿੰਗ ਤੋਂ ਲਾ ਕੇ ਕਰਦਾ ਪਲੀਜ਼ ਇੱਕ ਗੇੜਾ ਕਢਾਓ। ਜੀ 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 ਬਿਲਕੁਲ। ਹੁਣ ਅਸੀਂ ਦੇਖ ਰਹੇ ਹਾਂ ਭੁੱਲਰ ਵੀਰ ਜੀ ਜਿਨ੍ਹਾਂ ਨੇ ਪਹਿਲਾਂ 15 ਸਾਲ ਹੋ ਗਏ ਇਸ ਕੁਵੈਤ 'ਚ ਲੱਗਿਆ ਵੀ ਮੈਂ ਲੋਕਾਂ ਨੂੰ ਰੋਜ਼ਗਾਰ ਤੇ ਵੀ ਪਾਉਣਾ, ਲੋਕਾਂ ਨੂੰ ਜ਼ਿੰਦਗੀ ਵੀ ਦੇਣੀ ਹੈਗੀ ਆ। ਹੈਲਥ ਸਾਇੰਸ ਦੇ ਵਿੱਚ ਬਹੁਤ ਵੱਡੀ ਇਹਨਾਂ ਨੇ ਕ੍ਰਾਂਤੀ ਲਿਆਂਦੀ ਹੈ ਔਰ ਪੰਜਾਬ ਦੇ ਮੇਰਾ ਖਿਆਲ ਆ ਕਿ ਅੱਜ 1400-1500 ਨੌਜਵਾਨ ਆ ਜਿਹੜੇ ਉਹ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਇਹਨਾਂ ਨਾਲ ਜੁੜੇ ਹੋਏ ਨੇ ਔਰ ਆਪਣੀ ਰੋਜੀ ਰੋਟੀ ਵਧੀਆ ਬਣਾ ਰਹੇ ਨੇ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਰਹੇ ਨੇ। ਔਰ ਹੁਣ ਜਿੱਦਾਂ ਨੇਚਰ ਸਾਇੰਸ ਦੇ ਉੱਤੇ ਵੀ ਵੀਰ ਜੀ ਨੇ ਇੱਕ ਪ੍ਰੋਜੈਕਟ ਤਿਆਰ ਕੀਤਾ ਹੈਗਾ, ਆਪਾਂ ਦੇਖ ਸਕਦੇ ਕਿ ਸੁਪਨਿਆਂ ਦਾ ਮਹਿਲ ਹੀ ਹੈ ਇਹ। ਇਹਨੂੰ ਆਪਾਂ ਇੱਕ ਪ੍ਰੋਜੈਕਟ ਨਹੀਂ ਕਹਿ ਸਕਦੇ, ਸੁਪਨਿਆਂ ਦਾ ਮਹਿਲ ਕਹਿ ਸਕਦੇ ਹਾਂ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਸਟਾਰਟਿੰਗ ਤੋਂ ਸਾਨੂੰ ਸਾਡੇ ਦਰਸ਼ਕਾਂ ਨੂੰ ਦਿਖਾਓ। ਆਪਣੀ ਲਾਸਟ ਵੀਡੀਓ 'ਚ ਹੁਣ ਡਿਸਕਸ਼ਨ ਹੋਈ ਹੈ, ਇਹ ਪੂਰੇ ਦਾ ਪੂਰਾ ਜਿਹੜਾ ਘਰ ਹੈ ਤੁਸੀਂ ਦਿਖਾ ਸਕਦੇ ਹੋ, ਇਹ ਬਾਇਓਮਾਸ ਮਟੀਰੀਅਲ ਤੋਂ ਬਣਿਆ। ਜਿਹੜੀਆਂ ਕੰਧਾਂ ਨੇ ਇਹਦਾ ਜਿਹੜਾ ਬਾਇਓਮਾਸ ਵੀਰ ਜੀ, ਬਾਇਓਮਾਸ ਤੋਂ ਤੁਸੀਂ ਕੀ ਮਤਲਬ ਸਾਡੇ ਦਰਸ਼ਕਾਂ ਬਾਇਓਮਾਸ ਦਾ ਮਤਲਬ ਮੈਂ ਤੁਹਾਨੂੰ ਦੱਸਦਾ, ਇਹ ਹੁਣ ਜਿਹੜੀ ਆਊਟਰ ਪਲਸਟਰ ਹੈ, ਆਊਟਰ ਵਾਲ ਦਾ ਪਲਸਟਰ ਤਿਆਰ ਕੀਤਾ ਗਿਆ। ਇਹਦੇ ਵਿੱਚ ਚੂਨਾ ਵੀ ਹੈ, ਦੇਸੀ ਗਾਂ ਦਾ ਗੋਬਰ ਵੀ ਹੈ, 3-4 ਤਰ੍ਹਾਂ ਦੀ ਹਰਬਸ ਵੀ ਅਸੀਂ ਐਡ ਕੀਤੀਆਂ ਐਡਿੰਗ। ਔਰ ਇਹ ਵਾਟਰ ਰੈਜ਼ਿਸਟੈਂਟ ਵੀ ਹੈ, ਇੱਥੇ ਪਾਣੀ ਔਰ ਰੇਨ ਵਾਟਰ ਵਰਕ ਨਹੀਂ ਕਰੇਗਾ। ਈਵਨ ਅਗਰ ਨੀਚੇ ਤੋਂ ਸਲਾਬ ਵੀ ਆਉਂਦੀ ਹੈ, ਪਹਿਲਾਂ ਸਲਾਬ ਆਏਗੀ ਉਸ ਤੋਂ ਬਾਅਦ ਇਹੀ ਉਹਨੂੰ ਐਬਜ਼ੌਰਬ ਕਰ ਲੇਗਾ, ਸੋਖ ਲੇਗਾ। ਇਹਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈਗਾ। ਔਰ ਤੀਸਰੀ ਵੱਡੀ ਚੀਜ਼ ਹੈ ਕਿ ਥਰਮਲ ਇਨਸੂਲੇਸ਼ਨ ਦੇ ਉੱਤੇ ਕੰਮ ਕਰਦਾ ਹੈ। ਥਰਮਲ ਇਨਸੂਲੇਸ਼ਨ ਦਾ ਮਤਲਬ ਹੁੰਦਾ ਹੈ ਹੀਟ ਪ੍ਰੂਫ ਹੈ ਐਟਿੰਗ। ਤਾਂ ਸਰਦੀਆਂ ਦੇ ਵਿੱਚ ਤੁਹਾਨੂੰ ਠੰਡਾ ਵੀ ਨਹੀਂ ਮਿਲੇਗਾ ਔਰ ਗਰਮੀਆਂ 'ਚ ਤੁਹਾਨੂੰ ਇਹ ਗਰਮ ਵੀ ਨਹੀਂ ਮਿਲੇਗਾ। ਇਹਨੇ ਜਿਸ ਤਰ੍ਹਾਂ ਦੀ ਰਿਕੁਆਇਰਮੈਂਟ ਚਾਹੀਦੀ ਹੈ ਇਨਸਾਨ ਨੂੰ ਉਸ ਤਰ੍ਹਾਂ ਦੀ ਚੀਜ਼ ਦੇਣੀ ਹੈਗੀ ਆ। ਹੁਣ ਆਪਾਂ ਆ ਗਏ ਦਰਵਾਜ਼ੇ ਤੇ ਵੀਰ ਜੀ, ਆਪਾਂ ਦੇਖ ਰਹੇ ਹਾਂ ਕਿ ਬੜਾ ਹੀ ਪਿਆਰਾ ਇਹ ਚੀਜ਼ ਜਿਹੜੀ ਹੈਗੀ ਇੱਥੇ ਇੰਸਟਾਲ ਕੀਤੀ ਗਈ ਹੈਗੀ ਆ। ਇਹ ਸਟੋਨ ਲਗਾਇਆ ਜੀ, ਦਿਸ ਇਜ਼ ਸਟੋਨ। ਇਹ ਤਾਂ ਨੈਚੁਰਲ ਸਟੋਨ ਹੀ ਆਪਣਾ ਨੈਚੁਰਲ ਸਟੋਨ ਆ ਔਰ ਇਹਨੂੰ ਚੂਨੇ ਦੇ ਨਾਲ ਇਹਦੀ ਚਨਾਈ ਕੀਤੀ ਗਈ, ਚੂਨੇ ਦੇ ਨਾਲ ਚਨਾਈ ਕੀਤੀ ਗਈ ਆ। ਔਰ ਉਸ ਤੋਂ ਬਾਅਦ 'ਚ ਆਪਾਂ ਦਰਵਾਜ਼ਾ ਦੇਖ ਸਕਦੇ ਹੈਗੇ ਆ ਜਿਹਦੇ ਤੋਂ ਹਲੇ ਦਰਵਾਜ਼ਾ ਲੱਗਣਾ ਹੈਗਾ। ਔਰ ਉਸ ਤੋਂ ਬਾਅਦ 'ਚ ਆਪਾਂ ਦੇਖ ਸਕਦੇ ਗ੍ਰੀਨਰੀ ਦੇ ਵਿੱਚ ਵੀਰ ਜੀ ਨੇ ਮੈਂ ਪਹਿਲਾਂ ਚਾਹੂੰਗਾ ਆਪਣੇ ਕੈਮਰਾਮੈਨ ਨੂੰ ਦਿਖਾਉਣਾ, ਨਿੰਮ ਦਿਖਾਉਣ ਦੇ ਲਈ। ਔਰ ਫਿਰ ਮੈਂ ਚਾਹੂੰਗਾ ਕਿ ਇੱਧਰਲੇ ਪਾਸੇ ਜਿਹੜੀਆਂ ਵੀਰ ਜੀ ਨੇ ਕ੍ਰੀਏਸ਼ਨਸ ਕੀਤੀਆਂ, ਉਹ ਆਪਣਾ ਹੈਗਾ ਮੌਸਮੀ ਹੈ ਔਰ ਇਹ ਪਪੀਤਾ ਹੈਗਾ, ਉਹ ਕਪੂਰ ਲੱਗਾ। ਬਾਕੀ ਹੋਰ ਵੀ ਅਜੇ ਚੱਲ ਰਿਹਾ ਕਿਉਂਕਿ ਕੰਸਟਰਕਸ਼ਨ ਚੱਲ ਰਹੀ ਸੀ ਤਾਂ ਅਸੀਂ ਨਹੀਂ ਲਗਾਏ। ਹੁਣ ਇਹਦੇ ਇੱਥੇ ਇੱਕ ਦੇਸੀ ਅੰਬ ਵੀ ਲਗਾ ਰਹੇ ਹਾਂ ਔਰ ਦੇਸੀ ਨਿੰਬੂ ਵੀ ਲਗਾ ਰਹੇ ਹਾਂ। ਉਹ ਜਿਹੜੀ ਦੇਸੀ ਵੈਰਾਈਟੀ ਹੈ ਉਹ ਵੀ ਅਸੀਂ ਇਹਦੇ 'ਚ ਰੱਖਾਂਗੇ ਕਿਉਂਕਿ ਅਸੀਂ ਇਹਨੂੰ ਕੋਈ ਵਿਜ਼ਿਟਰ ਵਾਸਤੇ ਮਾਡਲ ਨਹੀਂ ਬਣਾ ਰਹੇ। ਇਹ ਮੇਰਾ ਆਪਦਾ ਰੈਜ਼ੀਡੈਂਸ਼ੀਅਲ ਏਰੀਆ ਸੀ ਦੀ ਤਰ੍ਹਾਂ ਇਹਨੂੰ ਡਿਵੈਲਪ ਕਰ ਰਹੇ ਹਾਂ। ਕੀ ਕਹਿਣਾ ਚਾਹੋਗੇ ਕਿ ਇਹਨਾਂ ਫਸਲਾਂ ਦੇ ਉੱਤੇ ਵੀ ਇਹਦਾ ਮਤਲਬ ਉਹਦਾ ਇੱਕ ਪੋਜ਼ਿਟਿਵ ਪ੍ਰਭਾਵ ਪੈਂਦਾ ਜਿਹੜਾ ਆਪਣਾ ਆਸ-ਪਾਸ ਦਾ ਐਟਮੋਸਫੀਅਰ ਹੈ। ਜਿੱਦਾਂ ਹੁਣ ਆਪਾਂ ਦੇਖ ਸਕਦੇ ਹਾਂ ਕਿ ਇੱਕ ਹੋਰ ਘਰ ਦੇ ਵਿੱਚ ਚੀਜ਼ਾਂ ਉਗਾਈਆਂ ਗਈਆਂ ਔਰ ਇਸ ਘਰ ਦੇ ਵਿੱਚ ਉਗਾਈਆਂ ਗਈਆਂ ਚੀਜ਼ਾਂ ਉਹੀ ਆਪਣੇ ਆਪ ਹੀ ਦੱਸ ਦੇਣਗੀਆਂ ਲੋਕਾਂ ਨੂੰ ਕਿ ਅਸੀਂ ਜਿਹੜੇ ਹੈਗੀਆਂ ਸਾਨੂੰ ਅਸੀਂ ਸਟਰੈਟਡ ਕਿਵੇਂ ਆ। देखो गर्ग साहब ये अच्छा क्वेश्चन है लेकिन ਇਹਦਾ ਆਨਸਰ ਥੋੜਾ ਟੈਕਨੀਕਲ ਜਾਏਗਾ। ਟੈਕਨੀਕਲ ਕਿਵੇਂ ਜਾਏਗਾ? ਅਗਰ ਤੁਸੀਂ ਕੋਈ ਪਲਾਂਟ ਕੈਮੀਕਲ ਹਾਊਸ 'ਚ ਬਣਾਉਂਦੇ ਹੋ ਲਗਾਉਂਦੇ ਹੋ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿਆਂ, ਜਿਹੜੇ ਪਲਾਂਟਸ ਨੇ ਇਹ ਬਹੁਤ ਜਲਦੀ ਐਬਜ਼ੌਰਬ ਕਰਦੇ ਨੇ ਮਾਹੌਲ ਨੂੰ, ਬਹੁਤ ਜਲਦੀ। ਉਹਦਾ ਇਫੈਕਟ ਇਹਦੀ ਗਰੋਥ 'ਤੇ ਜਾਂਦਾ। ਇਹਦੇ ਅੰਦਰ ਅਸੀਂ ਜਿਹੜੇ ਲਗਾਏ ਹੋਏ ਨੇ ਤਾਂ ਇਹਦੇ ਅੰਦਰ ਜਿਹੜੀ ਇਹਦੀ ਗਰੋਥ ਹੈ ਔਰ ਉਹਨਾਂ ਘਰਾਂ ਦੇ ਵਿੱਚ ਜਿਹੜੀ ਗਰੋਥ ਹੈ ਉਹ 'ਚ ਫਰਕ ਹੈ। ਇੱਥੇ ਪਲਾਂਟਸ ਵੀ ਇਸ ਤਰ੍ਹਾਂ ਲੱਗਦਾ ਉਹ ਕਹਿ ਰਿਹਾ ਕਿ ਮੈਂ ਖੁਸ਼ ਹਾਂ, ਠੀਕ ਹੈ। ਤਾਂ ਸਾਡੀ ਬਾਡੀ ਵੀ ਓਬਜ਼ਰਵ ਕਰਦੀ ਨਾ ਸਾਰੀਆਂ ਚੀਜ਼ਾਂ ਨੂੰ ਔਰ ਐਬਜ਼ੌਰਬ ਵੀ ਕਰਦੀ ਆ, ਓਬਜ਼ਰਵ ਕਰਦੀ ਆ ਅਤੇ ਐਬਜ਼ੌਰਬ ਵੀ ਕਰਦੀ ਆ। ਲੇਕਿਨ ਉਹਦੇ ਵਾਸਤੇ ਸਾਡੇ ਚੇਤਨ ਮਨ ਦਾ ਐਕਟਿਵ ਹੋਣਾ ਬਹੁਤ ਜ਼ਰੂਰੀ ਆ, ਤਾਂ ਹੀ ਤੁਹਾਨੂੰ ਰਿਅਲਾਈਜ਼ ਹੋਏਗਾ ਕਿ ਹਾਂ ਇਸ ਘਰ ਅਤੇ ਉਸ ਘਰ 'ਚ ਫਰਕ ਹੈਗਾ। ਹੁਣ ਜਿਹਦਾ ਬ੍ਰੇਨ ਵਾਲਾ ਹਿੱਸਾ ਹੀ ਅਜੇ ਓਬਜ਼ਰਵ ਨਹੀਂ ਕਰ ਪਾ ਰਿਹਾ ਇਹਨਾਂ ਚੀਜ਼ਾਂ ਨੂੰ, ਉਹਨੂੰ ਕੋਈ ਮਤਲਬ ਨਹੀਂ ਹੈ ਨਾ ਇਸ ਘਰ 'ਚ ਨਾ ਉਸ ਘਰ 'ਚ। ਲੇਕਿਨ ਇੱਕ ਜਿੰਦਾ ਬਾਡੀ ਹੀ ਪਹਿਚਾਣ ਕਰੇਗੀ ਨਾ ਕਿ ਮੈਂ ਇਸ ਘਰ 'ਚ ਮੇਰੇ ਜਿਹੜਾ ਰੋਮ ਆ ਉਹ ਖਿੜ ਗਿਆ ਆ ਕੇ, ਉਹ ਖੁਸ਼ ਹੋ ਗਿਆ ਕਿਉਂਕਿ ਰੋਮ ਦੀ ਖੁਰਾਕ ਇਹਦੇ 'ਚ ਪਈ ਹੋਈ ਹੈ। ਆਪਾਂ ਦੇਖ ਸਕਦੇ ਹਾਂ ਫਰਸ਼ ਦੇਖ ਸਕਦੇ ਹੈਗੇ ਆਪਾਂ। ਇਹ ਮੇਰਾ ਪੂਰੇ ਤੇ ਪੂਰਾ ਕੱਚਾ ਰੱਖਿਆ ਜਾਂਦਾ ਵੀਰ ਜੀ ਇਦਾਂ ਦੇ ਰਹੇਗਾ ਇਹ ਵੀ। ਇਹਦੇ ਉੱਤੇ ਇੱਕ ਲੇਪ ਆਏਗਾ ਜਿਹੜਾ ਆਊਟਰ ਪਲਸਟਰ ਤੁਹਾਨੂੰ ਦਿਖਾਇਆ ਉਹਦਾ ਲੇਪ ਆ ਜਾਏਗਾ ਤਾਂ ਜੋ ਮਤਲਬ ਥੋੜਾ ਜਿਹਾ ਲੁੱਕ ਥੋੜੀ ਜਿਹੀ ਮਤਲਬ ਵੈਸੇ ਮਿੱਟੀ ਦੀ ਹਾਂ ਲੁੱਕ ਅੱਛੀ ਹੋ ਜਾਏਗੀ। ਤੇ ਆਪਾਂ ਦੇਖ ਸਕਦੇ ਹਾਂ ਕਿ ਵੀਰ ਜੀ ਇਹਦੇ ਬਾਰੇ ਸਾਨੂੰ ਦੱਸੋ ਕਿੱਦਾਂ ਇਹ ਹੁਣ ਕਾਊਡੰਗ ਕਲਰ ਦਾ ਪੇਂਟ ਹੈ ਜਿਹੜਾ ਆਪਾਂ ਤਿਆਰ ਕੀਤਾ ਹੋਇਆ ਉਹਨੂੰ ਇੱਥੇ ਇੰਸਟਾਲ ਕੀਤਾ ਲਗਾਇਆ ਗਿਆ। ਔਰ ਸਭ ਤੋਂ ਵੱਡੀ ਗੱਲ ਵੀਰ ਜੀ ਪੇਂਟਸ ਵੀ ਤੁਸੀਂ ਕਹਿ ਰਹੇ ਹੋ ਕਿ ਇਹ 'ਚ ਵੀ ਮਤਲਬ ਵਿਦਆਊਟ ਕੈਮੀਕਲ ਪੇਂਟਸ ਕੈਮੀਕਲ ਤੋਂ ਬਿਨਾਂ ਵੀ ਕਿਵੇਂ ਬਣ ਸਕਦਾ? ਹਰ ਚੀਜ਼ ਦਾ ਹੱਲ ਹੈਗਾ। ਨੇਚਰ ਨੇ ਕੈਮੀਕਲ ਦੋ ਤਰ੍ਹਾਂ ਦੇ ਹੁੰਦੇ ਆ। ਹੁਣ ਕੈਮੀਕਲ ਵਾਲੇ ਜਿਹੜੇ ਲੋਕ ਹਨ ਉਹ ਕਨਫਿਊਜ਼ ਹੁੰਦੇ ਇੱਥੇ ਆ ਕੇ, ਉਹ ਕਹਿੰਦੇ ਹੋ ਹੀ ਨਹੀਂ ਸਕਦਾ। ਜਿਵੇਂ ਤੁਹਾਡੇ ਕੁਐਸਚਨ ਸੀ, ਕੈਮੀਕਲ ਦੋ ਤਰ੍ਹਾਂ ਦੇ ਆ, ਇੱਕ ਜਿਹੜੇ ਤੁਸੀਂ ਲੈਬ 'ਚ ਬਣਾਉਂਦੇ, ਇੱਕ ਜਿਹੜੇ ਨੇਚਰ ਨੇ ਬਣਾਇਆ। ਮੈਂ ਚੂਨੇ ਦਾ ਨਾਮ ਲਿਆ, ਚੂਨਾ ਕੀ ਹੈ? ਕੈਮੀਕਲ। ਪਰ ਕਿਹਦਾ ਕੈਮੀਕਲ ਹੈ? ਨੇਚਰ ਦਾ। ਦੈਟਸ ਅ ਨੈਚੁਰਲ ਕੈਮੀਕਲ, ਠੀਕ ਹੈ। ਤਾਂ ਜੇ ਨੇਚਰ ਨੇ ਬਹੁਤ ਸਾਰੇ ਅੱਛਾ ਜਿੰਨੇ ਵੀ ਇਨ ਸਿੰਥੈਟਿਕ ਕੈਮੀਕਲਸ ਹੈ
ਉਹਦਾ ਉਹ ਰॉ ਮਟੀਰੀਅਲ ਕਿੱਥੋਂ ਲੈਂਦੇ ਆ? ਨੈਚੁਰਲ ਕੈਮੀਕਲ ਤੋਂ ਹੀ, ਉੱਥੋਂ ਹੀ ਲੈ ਕੇ ਉਹਦੇ ਵਿੱਚ ਐਕਸਟਰਾ ਐਡ ਕਰਕੇ ਫਿਰ ਉਹ ਆਪਣਾ ਫਾਰਮੂਲਾ ਤਿਆਰ ਕਰਦੇ ਹੈਗੇ ਆ। ਹੈ ਜਿੰਨਾ ਵੀ ਕਾਸਮੈਟਿਕ ਪ੍ਰੋਡਕਟ ਹੈ ਉਹਦੇ ਵਿੱਚ ਇੱਕ ਫਲੇਵਰ ਪਾਇਆ ਜਾਂਦਾ, ਉਹ ਫਲੇਵਰ ਕਿੱਥੋਂ ਬਣਦਾ? ਅਗਰ ਉਹਦੇ ਅੰਦਰ ਮੰਨ ਲਓ ਪਪਾਇਆ ਫਲੇਵਰ ਦਿੱਤਾ ਗਿਆ ਹੈਗਾ ਤਾਂ ਐਟ ਦਾ ਐਂਡ ਪ੍ਰੋਡਕਟ ਪਪਾਇਆ ਵੀ ਲਿਆ ਗਿਆ, ਭਾਵੇਂ 10% ਲਿਆ ਗਿਆ, ਫਿਰ ਅੱਗੇ ਉਹ ਤਿਆਰ ਕਰ ਪਾਇਆ। ਸੋ ਹਰ ਕੈਮੀਕਲਸ ਨੈਚੁਰਲ ਕੈਮੀਕਲ ਤੋਂ ਬਾਹਰ ਆਇਆ ਹੈਗਾ। ਉਹ ਗੱਲ ਵੱਖਰੀ ਹੈ ਕਿ ਨੈਚੁਰਲ ਕੈਮੀਕਲ ਨੂੰ ਰॉ ਮਟੀਰੀਅਲ 'ਚ ਯੂਜ਼ ਕਰ ਲਿਆ ਗਿਆ ਔਰ ਉਹਦਾ ਅੱਗੇ ਜਿਹੜਾ ਸਿੰਥੈਟਿਕ ਕੈਮੀਕਲ ਬਣਾ ਕੇ ਉਹ ਅੱਗੇ ਪ੍ਰੋਡਕਟ 'ਚ ਪਾ ਕੇ ਦਿੱਤਾ ਗਿਆ ਹੈਗਾ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੇਂਟ ਹੈਗਾ ਉਹ ਵੀ ਨੈਚੁਰਲ ਮਤਲਬ ਜਿਹੜਾ ਹੈਗਾ ਬਿਲਕੁਲ ਕਿਸੇ ਉਸ ਸਿੰਥੈਟਿਕ ਕੈਮੀਕਲ ਤੋਂ ਫ੍ਰੀ ਹੈਗਾ। ਔਰ ਇੱਧਰ ਮੈਂ ਚਾਹੂੰਗਾ ਦਿਖਾਉਣ ਦਰਦਾ ਵੀਰ ਜੀ, ਇਹ ਤੁਸੀਂ ਟਾਈਲਾਂ ਨੀਚੇ ਲਾਈਆਂ, ਇਹ ਤਾਂ ਸਿੰਪਲ ਟਾਈਲਾਂ ਨੂੰ ਕਿਸ ਚੀਜ਼ ਦੇ ਨਾਲ ਅਟੈਚ, ਫਿਰ ਇਹ ਵੀ ਚੂਨੇ ਦੇ ਨਾਲ ਹੀ? ਹਾਂਜੀ ਹਾਂਜੀ, ਇਹਨੂੰ ਚੂਨੇ ਦੇ ਨਾਲ ਹੀ ਚਨਾਈ ਕੀਤੀ ਗਈ ਹੈਗੀ, ਚੂਨੇ ਦੇ ਨਾਲ ਚਨਾਈ ਕੀਤੀ ਹੋਈ ਆ, ਦੇਖ ਸਕਦੇ ਦਰਸ਼ਕੋ ਤੁਸੀਂ। ਹਾਂ, ਇਹ ਪੱਕੀ ਇੱਟ ਜਸਟ ਇੱਥੇ ਇਹਨੂੰ ਹਾਈਲਾਈਟ ਕਰ ਲਈ ਸੀ, ਪੱਕੀ ਇੱਟ ਲਗਾਈ ਹੈ ਉਹ 'ਚ ਵਾਈਟ ਸੀਮੈਂਟ ਭਰ ਕੇ ਇਹਨੂੰ ਹਾਈਲਾਈਟ ਕਰ ਦਿੱਤਾ ਗਿਆ ਹੈਗਾ। ਇਹ ਡਾਟ ਬਣਾਈ ਗਈ ਹੈ, ਇਹਦੇ ਉੱਪਰ ਵੀ ਪੂਰਾ ਜਿਹੜੀ ਆ ਗਊਕਰੀਟ ਮੱਡ ਬ੍ਰਿਕਸ ਨੇ ਉਹਦੇ ਨਾਲ ਇਹਦੀ ਸਾਰੀ ਕੰਸਟਰਕਸ਼ਨ ਹੋਈ ਹੈ। ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇੱਟ ਹੈ, ਉਹ ਮੈਂ ਤੁਹਾਨੂੰ ਉੱਥੇ ਜ਼ਰੂਰ ਦਿਖਾਊਂਗਾ, ਉਹ ਅਸੀਂ ਇਸੇ ਕਰਕੇ ਰੱਖਿਆ ਮਾਡਲ ਉਹਨਾਂ ਨੱਕ ਛੱਡਿਆ ਕਿ ਪਤਾ ਲੱਗ ਜਾਏ ਕਿ ਇੱਟ ਕਿਸ ਤਰ੍ਹਾਂ ਦੀ ਹੈ। ਕੀ ਲਗਾਈ ਆ? ਹਾਂ, ਇਹ ਜੀਓ ਟੈਕਨੋਲੋਜੀ ਹੈ। ਜੀਓ ਟੈਕਨੋਲੋਜੀ ਦਾ ਮਤਲਬ ਇਹ ਆ ਜਾਂਦਾ ਹੈਗਾ ਕਿ ਇਹਨੂੰ ਧਰਤੀ ਤੋਂ 30 ਫੁੱਟ ਥੱਲੇ ਜਾ ਕੇ ਅਸੀਂ ਇੱਕ ਡਰਮ ਇੰਸਟਾਲ ਕਰ ਦਿੱਤਾ ਗਿਆ ਹੈਗਾ। ਉਹਦਾ ਵਰਕ ਇਹ ਹੁੰਦਾ ਹੈ ਕਿ ਕਿਉਂਕਿ ਜੋ ਬਾਹਰ ਦਾ এনवायरमेंट ਹੈ ਅੱਜ ਐਟਮੋਸਫੇਅਰ ਦਾ ਜੋ ਟੈਂਪਰੇਚਰ ਹੈ ਤੇ 30 ਫੁੱਟ ਥੱਲੇ ਜਾ ਕੇ ਜੇ ਟੈਂਪਰੇਚਰ 'ਚ ਫਰਕ ਆ ਜਾਂਦਾ। ਤੁਸੀਂ ਦੇਖਿਆ ਹੋਊਗਾ ਗਰਮੀਆਂ 'ਚ ਨਲਕੇ 'ਚੋਂ ਪਾਣੀ ਕੱਢੋ ਤਾਂ ਠੰਡਾ ਨਿਕਲਦਾ, ਠੀਕ ਹੈ। ਉਹ ਠੰਡਾ ਕਿਉਂ ਨਿਕਲਦਾ? ਥੱਲੇ ਕੋਈ ਫ੍ਰੀਜ਼ਰ ਨਹੀਂ ਲੱਗਾ ਹੋਇਆ, ਥੱਲੜਾ এনवायरमेंट ਅਲੱਗ ਹੁੰਦਾ ਹੈ। ਤਾਂ ਇਹ 30 ਫੁੱਟ ਥੱਲੇ ਜਾ ਕੇ ਗਰਮੀ 'ਚ ਜਦੋਂ ਇੱਕ ਗਰਮ ਹਵਾ ਨੀਚੇ ਜਾਏਗੀ 30 ਫੁੱਟ ਥੱਲੇ ਜਾ ਕੇ ਠੰਡੀ ਹੋ ਕੇ ਉਧਰ ਦੀ ਰੂਮ ਨੂੰ ਸਪਲਾਈ ਹੋ ਜਾਏਗੀ। ਤਾਂ ਜੀਓ ਟੈਕਨੋਲੋਜੀ ਤੇ ਇਹ ਨੈਚੁਰਲ ਏਸੀ ਦਾ ਕੰਮ ਕਰੇਗਾ ਇਹਦੇ ਵਿੱਚ। ਸੋ ਨੇਚਰ ਨੂੰ ਪੂਰੀ ਤਰ੍ਹਾਂ ਯੂਜ਼ ਕਰ ਸਕਦੇ ਹੋ। ਸੋ ਇਹ ਚੀਜ਼ਾਂ ਸਾਰੀਆਂ ਸਰ ਮੈਂ ਕੋਈ ਇਹ ਨਹੀਂ ਕਿ ਮੈਂ ਕਹਿ ਰਿਹਾ ਮੈਂ ਹੀ ਤਿਆਰ ਕੀਤਾ ਹੈਗਾ, ਆਲਰੇਡੀ ਰਿਸਰਚ ਹੈ, ਆਲਰੇਡੀ ਸਾਰੀਆਂ ਚੀਜ਼ਾਂ ਦੀ ਅਵੇਲੇਬਿਲਿਟੀ ਹੈ। ਉਸ ਤੋਂ ਬਾਅਦ ਸਿਰਫ ਸਾਡਾ ਕੰਮ ਹੈ ਕਿ ਅਸੀਂ ਉਹਨੂੰ ਫਾਈਂਡ ਕਰਕੇ ਲੋਕਾਂ ਅੱਗੇ ਸਰਵ ਕਰ ਰਹੇ ਹੈਗੇ ਆ ਔਰ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਨਿਰਾ ਪੂਰਾ ਬ੍ਰੇਨ ਨੂੰ ਇਹ ਨਾ ਆਪਾਂ ਰੱਖੀਏ ਵੀ ਕੈਮੀਕਲਸ ਹੀ ਸਾਰਾ ਕੁਝ ਹੈਗਾ। ਅਸੀਂ ਕੈਮੀਕਲ ਪ੍ਰੋਡਕਟ ਨਹੀਂ ਹੈਗੇ, ਸਾਡੀ ਬੋਡੀ ਕੈਮੀਕਲ ਪ੍ਰੋਡਕਟ ਨਹੀਂ ਹੈਗੀ। ਲਾਈਫ ਡਿਸਟਰੋਏ ਹੋ ਜਾਏਗੀ ਜੀ ਅਸੀਂ ਕਾਰਬਨ ਨੂੰ ਨਾ ਰੋਕਿਆ, ਠੀਕ ਹੈ। ਤਾਂ ਆਕਸੀਜਨ ਨੂੰ ਵਧਾਈਏ, ਆਪਣੇ ਆਪ ਹੀ ਤੰਦਰੁਸਤੀ ਆ ਜਾਏਗੀ ਜੀ। ਇਹ ਇੱਟਾਂ ਦਾ ਸਾਨੂੰ ਦਿਖਾਈਓ ਕਨਸੈਪਟ ਜਿਹੜੀ ਆ ਦੇਖੋ ਇੱਟਾਂ ਵੀ ਇਹ ਉਹੀ ਗਊਕਰੀਟ ਮੱਡ ਬ੍ਰਿਕਸ ਹੈ, ਠੀਕ ਹੈ, ਜਿਹਦੇ ਤੇ ਪੂਰੇ ਘਰ ਦੀ ਕੰਸਟਰਕਸ਼ਨ ਹੋਈ ਹੈ। ਗਊਕਰੀਟ ਮੱਡ ਵੀਰ ਜੀ, ਇਹ ਸਾਨੂੰ ਪੰਜਾਬੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਵੇਂ? ਗਊਕਰੀਟ ਕਿਉਂ ਅਸੀਂ ਬੋਲ ਰਹੇ ਹਾਂ? ਜਿਸ ਤਰ੍ਹਾਂ ਕੰਕਰੀਟ ਬੋਲਦੇ ਆ, ਠੀਕ ਹੈ। ਅੱਜ ਆਪਾਂ ਕੰਕਰੀਟ ਦੇ ਘਰ ਬਣਾ ਰਹੇ ਹਾਂ ਨਾ, ਤਾਂ ਜੋ ਕੰਕਰੀਟ ਆ ਗਿਆ ਕਿਉਂਕਿ ਉਹ ਪੱਥਰ ਤੋਂ ਬਣ ਕੇ ਆਈ ਹੋਈ ਚੀਜ਼ ਆ। ਜਿਹੜੀ ਚੀਜ਼ ਗਊ ਨੇ ਦਿੱਤੀ ਆ ਤਾਂ ਗਊਕਰੀਟ ਹੋ ਗਈ। ਗੋਹੇ ਤੋਂ ਬਣ ਕੇ ਮਤਲਬ ਦੇਸੀ ਗਾਂ ਦੇ ਗੋਬਰ ਤੋਂ। ਅੱਛਾ, ਗੋਬਰ ਤੋਂ ਬਣ ਕੇ ਫਿਰ ਦੇਸੀ ਗਾਂ ਦਾ ਗੋਬਰ, ਨਾਟ ਹੋਰ ਕੋਈ ਵੀ ਇਹਦੇ 'ਚ ਯੂਜ਼ ਨਹੀਂ ਹੁੰਦਾ, ਠੀਕ ਹੈ। ਤਾਂ ਅੱਛਾ, ਦੇਸੀ ਗਾਂ ਦਾ ਗੋਬਰ ਹੀ ਕਿਉਂ? ਕਿਉਂਕਿ ਉਹ ਦੇਸੀ ਗਾਂ ਦਾ ਗੋਬਰ ਇਸ ਕਰਕੇ ਕਿ ਉਹਦੇ ਅੰਦਰ ਜਿਹੜੇ ਬਾਈਂਡਿੰਗ ਪਾਰਟੀਕਲਸ ਹੈ ਬਾਈ ਡਿਫਾਲਟ ਉਹਦਾ ਲੀਵਰ ਤਿਆਰ ਕਰਦਾ ਹੈ, ਇਸ ਕਰਕੇ ਉਹਨੂੰ ਯੂਜ਼ ਕੀਤਾ ਜਾਂਦਾ। ਉਹਦੇ ਅੰਦਰ ਇੱਕ ਗਮ ਵੀ ਤਿਆਰ ਹੁੰਦੀ ਆ ਜਿਹੜੀ ਬਾਈਂਡਰ ਦਾ ਕੰਮ ਕਰਦੀ ਹੈ ਉਹਨੂੰ, ਠੀਕ ਹੈ। ਸੋ ਇਹ ਵੀ ਤਾਂ ਅਸੀਂ ਇੱਕ ਨੈਚੁਰਲ ਕੈਮੀਕਲ ਲਿਆ, ਠੀਕ ਹੈ। ਉਹਦੇ ਰਿਸੋਰਸਸ ਵੀ ਤਾਂ ਨੇਚਰ ਤੋਂ ਹੀ ਮਿਲਣਗੇ ਨਾ। ਹਾਂ, ਇਹ ਹੈ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਪਲੇਸ ਹੈਗੀ ਹੈ ਕਿਚਨ। ਆਪਾਂ ਦੇਖ ਸਕਦੇ ਹਾਂ ਕਿਚਨ ਦੇ ਵਿੱਚ ਉਹੀ ਪੁਰਾਣੇ ਆਪਾਂ ਲੱਗਦੇ ਅੱਜ ਕੱਲ੍ਹ ਆਪਾਂ ਕਹਿੰਦੇ ਉਹ ਲਾਨੀਆਂ ਹੁੰਦੀਆਂ ਉੱਤੇ ਭੱਠੀਆਂ ਦੇ ਉੱਤੇ ਉਹ ਚੀਜ਼ਾਂ ਫਲਾਨੀ ਲਾਉਣੀ ਹੈਗੀ ਰਸੋਈ ਦੇ ਵਿੱਚ। ਆਹ ਦੇਖੋ ਵੀਰ ਜੀ ਨੇ ਕਿਵੇਂ, ਵੀਰ ਜੀ ਕੀ ਇਹ ਬਣਾਇਆ? ਇਹ ਆਲਰੇਡੀ ਕਈ ਦਰਸ਼ਕ ਤਾਂ ਦੇਖ ਕੇ ਸਮਝ ਗਏ ਹੋਣਗੇ, ਇਹ ਚੁੱਲ੍ਹਾ, ਠੀਕ ਹੈ ਜੀ। ਔਰ ਪਹਿਲਾਂ ਬਜ਼ੁਰਗ ਆਸ਼ੀਰਵਾਦ ਦਿੰਦੇ ਸੀ। ਚੁੱਲ੍ਹਾ ਦਿਖਾਓ ਸਾਡੇ, ਦਿਖਾਈਓ ਇੱਕ ਵਾਰ ਚੁੱਲ੍ਹਾ ਦਿਖਾਓ ਜੀ, ਚੁੱਲ੍ਹਾ ਦਿਖਾ ਦਿਓ ਪਹਿਲਾਂ। ਅੱਛਾ ਵੀਰ ਜੀ, ਚੁੱਲ੍ਹਾ ਮਤਲਬ ਇਹਦੇ ਨਾਲ ਇਹ ਨੈਚੁਰਲ ਓਵਨ ਹੈ। ਓਕੇ, ਪਾਥੀਆਂ ਦੇ ਨਾਲ ਹੀ ਮਤਲਬ ਤਕਰੀਬਨ ਨਹੀਂ, ਪਾਥੀ ਦੇ ਵੀ ਯੂਜ਼ ਕਰ ਸਕਦੇ ਹੋ, ਲੱਕੜ ਵੀ ਯੂਜ਼ ਕਰ ਸਕਦੇ ਹੋ। ਪਰ ਵੀ ਜੀ ਉੱਪਰ ਕਿਵੇਂ ਫਿਰ ਇਹ ਨਾਲ ਹੋਈ? ਇਹ ਚਿਮਨੀ ਹੈ ਤਾਂ ਜੋ ਧੂਆਂ ਉੱਪਰ ਜਾਏਗਾ। ਚਿਮਨੀ ਤਾਂ ਮਤਲਬ ਫਿਰ ਉਹੀ ਮਾਡਰਨ ਹੀ ਹੈ ਚਿਮਨੀ ਤਾਂ, ਕਿ ਚਿਮਨੀ ਵੀ ਨਹੀਂ ਉਸੇ ਤਰ੍ਹਾਂ ਹੀ ਆਪਣੇ ਆਪ ਹੀ ਇਹਨੂੰ ਪ੍ਰੈਸ਼ਰ ਲੈ ਕੇ ਜਾਂਦਾ ਉੱਪਰ, ਪ੍ਰੈਸ਼ਰ ਉੱਪਰ ਲੈ ਕੇ ਜਾਂਦਾ। ਚਿਮਨੀ ਵੀ ਆਪਾਂ ਦੇਖ ਸਕਦੇ ਹਾਂ ਦਰਸ਼ਕੋ। ਜੀ 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 ਜੀ। ਇਹ ਪੁਰਾਣੇ ਬਜ਼ੁਰਗ ਨਾ ਆਸ਼ੀਰਵਾਦ ਦਿੰਦੇ ਹੁੰਦੇ ਸੀ ਕਿ ਤੁਹਾਡੇ ਚੁੱਲ੍ਹੇ ਦੀ ਅੱਗ ਜਲਦੀ ਰਹੇ, ਠੀਕ। ਹਾਂ, ਤਾਂ ਇਹ ਚੁੱਲ੍ਹਾ ਅੱਜ ਕਿਸੇ ਕਰਮਾਂ ਵਾਲੇ ਦੇ ਘਰ ਹੀ ਚੱਲ ਰਿਹਾ ਹੈਗਾ, ਉਹਦੇ ਚੁੱਲ੍ਹਾ ਹੈ ਹੀ ਨਹੀਂ, ਠੀਕ ਹੈ। ਸੋ ਨੈਚੁਰਲ ਅੱਗ ਦੇ ਨਾਲ ਇੱਥੇ ਖਾਣਾ ਪਕਾਇਆ ਜਾਂਦਾ। ਤੇ ਦੇ ਰਹੂਗੀ ਜਿਹੜੀ ਆਪਾਂ ਉੱਪਰ ਕੀਤਾ ਹੈਗਾ ਕਿ ਇਹਦੇ ਉੱਤੇ ਹਲੇ ਥੋੜਾ ਬਹੁਤ ਕੁਝ ਹੋਰ ਚੂਨੇ ਦੀ ਹੋਏਗੀ ਆਪਣੀ ਪਾਲਿਸ਼। ਇਹ ਵੀਰ ਜੀ ਦਾ ਸਪਨਿਆਂ ਦਾ ਘਰ ਸੀ ਜਿਹੜਾ ਅੱਜ ਆਪਾਂ ਦੇਖਿਆ। ਇਹ ਵੀਰ ਜੀ ਦਾ ਨਹੀਂ ਬਲਕਿ ਇੱਕ
ਨੇਚਰ ਸਾਇੰਸ ਦੇ ਉਸ ਡਾਕਟਰ ਦਾ ਘਰ ਹੈ ਇਹ, ਜਿਨੇ ਆਪਣੇ ਮਨ ਦੇ ਵਿੱਚ ਇਹ ਠਾਣੀ ਹੈ ਕਿ ਮੈਂ ਲੋਕਾਂ ਨੂੰ ਵੀ ਕੱਲਾ ਮੈਂ ਆਕਸੀਜਨ ਦਾ ਪ੍ਰਯੋਗ ਨਹੀਂ ਕਰੂੰਗਾ, ਕੱਲਾ ਮੈਂ ਕਾਰਬਨ ਡਾਈਆਕਸਾਈਡ ਨੂੰ ਨਹੀਂ, ਬਲਕਿ ਦੁਨੀਆ ਨੂੰ ਇਹ ਜਿਹੜਾ ਕਨਸੈਪਟ ਆ ਉਹਦੇ ਨਾਲ ਜੋੜੂੰਗਾ। ਵੀਰ ਜੀ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਪੰਜਾਬ ਪਲੱਸ ਦੀ ਸਾਰੀ ਟੀਮ ਨੂੰ ਔਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਔਰ ਪਿਆਰ ਔਰ ਆਸ਼ੀਰਵਾਦ ਇਸੇ ਤਰ੍ਹਾਂ ਦਿੰਦੇ ਰਹੋ ਜੀ। ਨਵੀਂ ਰਿਸਰਚ ਨੈਚੁਰਲ ਸਾਇੰਸ ਦੀ ਰਿਸਰਚ ਐਕਚੁਅਲ 'ਚ ਕੀਤੀ ਤਾਂ ਕੁਦਰਤ ਨੇ ਹੋਈ ਹੈ, ਅਸੀਂ ਤਾਂ ਸਿਰਫ ਉਹਨੂੰ ਐਡਰੈਸਟ ਕਰਦੇ ਹਾਂ। ਜਿਵੇਂ ਜਿਵੇਂ ਐਡਰੈਸ ਮਿਲ ਰਿਹਾ ਉਵੇਂ ਉਵੇਂ ਉਹਨੂੰ ਫਾਈਂਡ ਆਊਟ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।